ਹੈਲੋ एवरीवन ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਇਸ ਸੈਸ਼ਨ 'ਚ ਆਪਾਂ ਬਹੁਤ ਇੰਪੋਰਟੈਂਟ ਟੌਪਿਕ ਕਰਾਂਗੇ। ਸ਼ਾਇਦ ਇੰਨਾ ਵੱਡਾ ਟੌਪਿਕ ਨਾ ਹੋਵੇ ਬਟ ਬਹੁਤ ਇੰਪੋਰਟੈਂਟ ਹੈ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਇੱਕ ਤਾਂ ਆਪਣਾ ਕਰਾਂਗੇ ਦਿੱਲੀ ਸਲਤਨਤ ਦੀ ਐਡਮਿਨਿਸਟ੍ਰੇਸ਼ਨ, ਇੱਕ ਆਪਾਂ ਦਿੱਲੀ ਸਲਤਨਤ ਦਾ ਹੀ ਆਰਟ ਐਂਡ ਆਰਕੀਟੈਕਚਰ ਦੇਖਾਂਗੇ। ਆਰਟ ਐਂਡ ਆਰਕੀਟੈਕਚਰ ਤੋਂ ਕਾਫੀ ਕੁਐਸਚਨਸ ਬਣਦੇ ਆ, ਬਿਲਡਿੰਗ ਕਿਹਨੇ ਬਣਾਈ, ਉਹ ਬਿਲਡਿੰਗ ਕਿਹਨੇ ਬਣਾਈ ਆ, ਬੁੱਕ ਕਿਹਨੇ ਲਿਖੀ। ਤਾਂ ਆਪਾਂ ਆਰਟ ਐਂਡ ਆਰਕੀਟੈਕਚਰ ਵਾਲਾ ਪੋਰਸ਼ਨ ਦੇਖਾਂਗੇ, ਪਲੱਸ ਸਟਾਰਟਿੰਗ 'ਚ ਆਪਾਂ ਦਿੱਲੀ ਸਲਤਨਤ ਦੀ ਐਡਮਿਨਿਸਟ੍ਰੇਸ਼ਨ ਵਾਲਾ ਪੋਰਸ਼ਨ ਦੇਖਾਂਗੇ। ਤਾਂ ਚਲੋ ਆਪਾਂ ਸਟਾਰਟ ਕਰਦੇ ਹਾਂ। ਦਿੱਲੀ ਸਲਤਨਤ ਮੁਸਲਿਮ ਸਟੇਟ ਇਸਟੈਬਲਿਸ਼ ਹੋਈ ਇੰਡੀਆ 'ਚ। ਪਹਿਲਾ ਕੁਐਸਚਨ ਤਾਂ ਸਲਤਨਤ ਦੀ ਐਡਮਿਨਿਸਟ੍ਰੇਸ਼ਨ ਬਾਰੇ ਜਿਹੜਾ ਬੰਦਾ ਹੈ, ਮਤਲਬ ਜਿਹੜੀ ਚੀਜ਼ ਆਪਾਂ ਡਿਸਕਸ ਕਰ ਸਕਦੇ ਹਾਂ ਕਿ ਵੈਦਰ ਦੀ ਸਟੇਟ was a truly theocratic Islamic state or not। ਜਿਵੇਂ ਡੈਮੋਕ੍ਰੇਸੀ, ਥੀਓਕ੍ਰੇਸੀ, ਜਿੱਥੇ ਰੂਲ ਆਫ ਰਿਲੀਜੀਅਸ ਲੀਡਰਸ ਹੁੰਦੇ ਆ, ਰਿਲੀਜੀਅਸ ਲਾਅ ਐਪਲੀਕੇਬਲ ਹੁੰਦਾ ਹੈ, ਐਂਡ ਜਿਹੜੇ ਰਿਲੀਜੀਅਸ ਸਕੋਲਰਸ ਵਗੈਰਾ ਹੁੰਦੇ ਆ, ਰਿਲੀਜੀਅਸ ਪੰਡਿਤ ਪ੍ਰੀਸਟ ਵਗੈਰਾ ਹੁੰਦੇ ਆ, ਉਹਨਾਂ ਕੋਲੇ ਪੋਲੀਟੀਕਲ ਪਾਵਰ ਹੁੰਦੀ ਹੈ, ਐਡਮਿਨਿਸਟ੍ਰੇਟਿਵ ਪਾਵਰ ਹੁੰਦੀ ਹੈ। ਕਿ ਦਿੱਲੀ ਸਲਤਨਤ ਇੱਕ ਥੀਓਕ੍ਰੈਟਿਕ ਸਟੇਟ ਸੀ ਪ੍ਰੋਪਰਲੀ। ਹੁਣ ਇੱਥੇ ਮਤਲਬ ਇਹ ਇੰਨਾ ਆਪਣੇ MCQs ਦੇ ਪੁਆਇੰਟ ਆਫ ਵਿਊ ਤੋਂ ਇੰਨਾ ਇੰਪੋਰਟੈਂਟ ਟੌਪਿਕ ਨਹੀਂ ਹੈਗਾ, ਬਿਕਾਜ਼ ਲਾਈਕ ਇਹਦਾ ਇੱਕ ਡਿਸਕਰਸਿਵ ਜਿਹਾ ਆਨਸਰ ਬਣਦਾ ਹੈ, ਡਿਸਕਸ਼ਨ ਬੇਸਡ ਜਿਹਾ ਆਨਸਰ ਬਣਦਾ ਹੈ। ਬਟ ਫਿਰ ਵੀ ਲਾਈਕ ਥੋੜ੍ਹੇ ਆਪਾਂ 2 ਮਿੰਟ ਮੈਂ ਤੁਹਾਡੇ ਲਊਂਗਾ, ਆਪਾਂ ਇਸ ਟੌਪਿਕ 'ਤੇ ਡਿਸਕਸ਼ਨ ਕਰਾਂਗੇ। ਮੈਂ ਤੁਹਾਨੂੰ ਕਲਾਸ ਪੜ੍ਹਾਉਂਦੇ ਵਕਤ ਵੀ ਕੁਝ ਐਗਜ਼ਾਮਪਲਸ ਦਿੱਤੀਆਂ ਸੀਗੀਆਂ ਕਿ ਦਿੱਲੀ ਸਲਤਨਤ ਦੇ ਜਿਹੜੇ ਸਟਰੋਂਗ ਰੂਲਰ ਸੀਗੇ, ਭਾਵੇਂ ਉਹ ਇਲਤਮਿਸ਼ ਹੋ ਗਿਆ, ਭਾਵੇਂ ਬਲਬਨ ਹੋ ਗਿਆ, ਅਲਾਉਦੀਨ ਖਲਜੀ ਹੋ ਗਿਆ, ਮੁਹੰਮਦ ਬਿਨ ਤੁਗਲਕ ਹੋ ਗਿਆ, ਇਹਨਾਂ ਸਾਰੇ ਰੂਲਰਸ ਨੇ ਸਟੇਟ ਦੀਆਂ ਨੀਡਸ ਨੂੰ ਟੌਪ 'ਤੇ ਰੱਖਿਆ। ਸਟੇਟ ਨੂੰ ਜਿਸ ਚੀਜ਼ ਦੀ ਲੋੜ ਸੀਗੀ ਉਹਨਾਂ ਨੇ ਉਹ ਸਟੈਪਸ ਲਿੱਤੇ ਆਪਦੇ ਸਟੇਟ ਨੂੰ ਐਕਸਪੈਂਡ ਕਰਨ ਲਈ, ਪ੍ਰੋਪਰ ਐਡਮਿਨਿਸਟ੍ਰੇਸ਼ਨ ਬਣਾਉਣ ਲਈ। ਜੋ ਉਹਨਾਂ ਨੂੰ ਲੱਗਦਾ ਸੀ ਕਰਨਾ ਪਊਗਾ ਉਹਨਾਂ ਨੇ ਕੀਤਾ। ਉਹਨਾਂ ਨੇ ਕੋਈ ਜ਼ਿਆਦਾ ਰਿਗਾਰਡ ਨਹੀਂ ਰੱਖਿਆ ਕਿ ਇਸਲਾਮਿਕ ਲਾਅ 'ਚ ਕੀ ਲਿਖਿਆ ਕੀ ਨਹੀਂ ਲਿਖਿਆ ਹੋਇਆ। ਟੈਕਸਿਸ ਵੀ ਇਸਲਾਮਿਕ ਲਾਅ ਦੁਆਰਾ ਅਪਰੂਵਡ ਹੈ ਨਹੀਂ ਹੈ, ਉਹਨਾਂ ਨੂੰ ਲੱਗਦਾ ਸੀ ਕਿ ਟੈਕਸ ਲਾਉਣਾ ਤਾਂ ਉਹਨਾਂ ਨੇ ਟੈਕਸ ਲਾਇਆ। ਠੀਕ ਹੈ, ਫਿਰ ਇਸ ਪੁਆਇੰਟ ਆਫ ਵਿਊ ਤੋਂ ਤਾਂ ਆਪਾਂ ਨਹੀਂ ਕਹਿ ਸਕਦੇ ਕਿ ਇੱਕ ਥੀਓਕ੍ਰੈਟਿਕ ਸਟੇਟ ਹੈ। ਫਿਰ ਦੂਸਰਾ ਜੇ ਮੈਂ ਪੁਆਇੰਟ ਦੇਵਾਂ, ਮੈਂ ਬਹੁਤ ਸਟਾਰਟਿੰਗ 'ਚ ਤੁਹਾਨੂੰ ਦੱਸਿਆ ਸੀਗਾ ਕਿ ਇਸਲਾਮਿਕ ਥਿਊਰੀ ਦੇ ਹਿਸਾਬ ਨਾਲ, ਥਿਓਰੈਟੀਕਲੀ ਸਪੀਕਿੰਗ, ਦੇਅਰ ਕੈਨ ਓਨਲੀ ਬੀ ਵਨ ਰੂਲਰ ਆਫ ਦੀ ਇਸਲਾਮਿਕ ਵਰਲਡ, ਜਿਹਨੂੰ ਕੈਲਿਫ ਕਹਿੰਦੇ ਸੀ, ਜਿਹਨੂੰ ਖਲੀਫਾ ਕਹਿੰਦੇ ਸੀਗੇ। ਬਟ ਬਾਏ 100 CE ਆਉਂਦੇ ਕੀ ਹੋਣਾ ਸਟਾਰਟ ਹੋ ਗਿਆ ਕਿ ਜਿਹੜੇ ਸੁਲਤਾਨ ਸੀਗੇ ਉਹ ਆਪਣੇ ਮਿਲਟਰੀ ਪਾਵਰ ਦੇ ਬੇਸਿਸ 'ਤੇ ਆਪਣਾ ਰੂਲ ਇਸਟੈਬਲਿਸ਼ ਕਰ ਲੈਂਦੇ ਸੀਗੇ। ਫਿਰ ਕੈਲਿਫ ਕੋਲੋਂ ਪਰਮਿਸ਼ਨ ਲੈ ਲੈਂਦੇ ਸੀਗੇ, ਫਿਰ ਕੈਲਿਫ ਕੋਲੋਂ ਰੈਕਗਨੀਸ਼ਨ ਲੈ ਲੈਂਦੇ ਸੀਗੇ ਵੀ ਅਸੀਂ ਹੁਣ ਇੱਥੇ ਰੂਲ ਕਰਨਾ ਸਟਾਰਟ ਕਰਤਾ ਹੈ, ਤੂੰ ਸਾਡੀ ਪੋਜੀਸ਼ਨ ਰੈਕਗਨਾਈਜ਼ ਕਰਦੇ, ਐਂਡ ਕੈਲਿਫ ਵੀ ਕਰ ਦਿੰਦਾ ਸੀਗਾ। ਬਟ ਦਿਸ ਵਾਜ਼ ਮੀਅਰਲੀ ਅ ਫਾਰਮੈਲਿਟੀ। ਬੰਦਾ ਤਾਂ ਹੁਣ ਮਿਲਟਰੀ ਪਾਵਰ ਦੇ ਬੇਸਿਸ 'ਤੇ ਰਾਜ ਕਰੀ ਜਾਂਦਾ। ਅਗਲੇ ਨੇ ਪਰਮਿਸ਼ਨ ਮੰਗਣੀ ਸੀ, ਮੰਗ ਲਈ, ਨਹੀਂ ਮੰਗਣੀ ਸੀ, ਨਾ ਵੀ ਮੰਗਦਾ, ਉਹਦਾ ਰੂਲ ਤਾਂ ਚੱਲੀ ਜਾਂਦਾ। ਕੈਲਿਫ ਵਾਜ਼ ਸੋ ਵੀਕ ਕਿ ਆਪਣੀ ਅਥਾਰਟੀ ਤਾਂ ਉੱਥੇ ਐਕਸਰਸਾਈਜ਼ ਕਰ ਨਹੀਂ ਸਕਦਾ। ਹੁਣ ਜੇ ਦਿੱਲੀ ਸਲਤਨਤ ਦੀ ਆਪਾਂ ਗੱਲ ਕਰੀਏ ਕਿ ਕਿੰਨਾ ਰੂਲਰਸ ਨੇ ਕੈਲਿਫ ਕੋਲੋਂ ਰੈਕਗਨੀਸ਼ਨ ਮੰਗੀ ਹੈ, ਤਾਂ ਸਿਰਫ 3 ਐਸੇ ਰੂਲਰਸ ਹੋਏ ਹੈ ਜਿਨ੍ਹਾਂ ਨੇ ਕੈਲਿਫ ਕੋਲੋਂ ਰੈਕਗਨੀਸ਼ਨ ਸੀਕ ਕੀਤੀ ਹੈ। ਕਿਹੜੇ 3 ਸੁਲਤਾਨ ਸੀਗੇ ਉਹ? ਇੱਕ ਇਲਤੁਤਮਿਸ਼, ਇਹ ਹੁਣ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬੱਚੇ ਕੁਐਸਚਨ ਹੈ, ਹੂ ਲਾਈਕ ਵਰ ਦੀ ਸੁਲਤਾਨਸ ਹੂ ਗॉट ਰੈਕਗਨੀਸ਼ਨ ਫਰੋਮ ਕੈਲਿਫ? ਇਲਤੁਤਮਿਸ਼। ਦੂਸਰਾ ਮੁਹੰਮਦ ਬਿਨ ਤੁਗਲਕ, ਐਂਡ ਤੀਸਰਾ ਫਿਰੋਜ਼ ਸ਼ਾਹ ਤੁਗਲਕ। ਇਹਨਾਂ 3 ਸੁਲਤਾਨਸ ਨੇ ਕੈਲਿਫ ਕੋਲੋਂ ਲੈਟਰ ਆਫ ਰੈਕਗਨੀਸ਼ਨ ਜਾਂ ਲੈਟਰ ਆਫ ਇਨਵੈਸਟੀਟਿਊਟਰ ਸੀਕ ਕੀਤਾ। ਉਹਨੂੰ ਆਪਾਂ ਕਹਿੰਦੇ ਹਾਂ ਮਨਸੂਰ। ਕੁਐਸਚਨ ਆਪਾਂ ਨੂੰ MCQ ਇਸ ਤਰ੍ਹਾਂ ਵੀ ਆ ਜਾਂਦਾ, ਹੂ ਵਰ ਦੀ ਦਿੱਲੀ ਸੁਲਤਾਨਸ ਹੂ ਸੌਟ ਮਨਸੂਰ ਫਰੋਮ ਕੈਲਿਫ। ਤਾਂ ਇਹਦਾ ਆਪਾਂ ਨੂੰ ਆਨਸਰ ਆਉਣਾ ਚਾਹੀਦਾ ਹੈ, ਮਤਲਬ ਆਪਸ਼ਨਸ 'ਚ ਇਹਨਾਂ ਤਿੰਨਾਂ 'ਚ ਜਿਹੜਾ ਵੀ ਹੈਗਾ ਜਾਂ 1 2 3 ਟਾਈਪ ਤੁਹਾਨੂੰ ਆਪਸ਼ਨ ਆਵੇ, ਇਲਤਮਿਸ਼, ਮੁਹੰਮਦ ਬਿਨ ਤੁਗਲਕ ਤੇ ਫਿਰੋਜ਼ ਸ਼ਾਹ ਤੁਗਲਕ। ਐਂਡ ਇਹਨਾਂ ਨੇ ਵੀ ਐਜ਼ ਅ ਮੈਟਰ ਆਫ ਫਾਰਮੈਲਿਟੀ ਹੀ ਕੀਤਾ। ਐਸਾ ਇੱਦਾਂ ਨਹੀਂ ਹੈ ਕਿ ਇਹਨਾਂ ਨੂੰ ਕੋਈ ਜ਼ਰੂਰਤ ਸੀਗੀ, ਜਸਟ ਆਪਦਾ ਲਾਈਕ ਥੋੜ੍ਹਾ ਜਿਹਾ ਇਹਨਾਂ ਨੂੰ ਸੀਗਾ ਕਿ ਅਸੀਂ ਰੈਕਗਨੀਸ਼ਨ ਸੀਕ ਕਰ ਲਾਂਗੇ ਤਾਂ ਲੋਕਾਂ 'ਚ ਸਾਡਾ ਹੋ ਜਾਊਗਾ ਵੀ ਚਲੋ ਆਹ ਸਾਡਾ ਫਲਾਣਾ ਸੁਲਤਾਨ ਐਡਾ ਵਧੀਆ ਕਿ ਇਹਨੇ ਤਾਂ ਕੈਲਿਫ ਤੋਂ ਵੀ ਮਨਸੂਰ ਲਿੱਤਾ ਹੋਇਆ। ਬਾਕੀ ਕੋਈ ਐਸਾ ਇੱਦਾਂ ਨਹੀਂ ਗਾ ਵੀ ਕੈਲਿਫ ਜੇ ਨਾ ਦਿੰਦਾ ਤਾਂ ਕੁਛ ਹੋ ਜਾਂਦਾ। ਹੁਣ ਅਲਾਉਦੀਨ ਖਲਜੀ ਵਨ ਆਫ ਦੀ ਮੋਸਟ ਪਾਵਰਫੁਲ ਸੁਲਤਾਨਸ, ਅਗਲੇ ਨੇ ਕੋਈ ਕੈਲਿਫ ਤੋਂ ਰੈਕਗਨੀਸ਼ਨ ਨਹੀਂ ਸੀਕ ਕੀਤੀ, ਅਗਲਾ ਆਪਦੇ ਆਪ ਨੂੰ ਹੀ ਕੈਲਿਫ ਮੰਨਦਾ ਸੀਗਾ। ਇਨਫੈਕਟ ਅਲਾਉਦੀਨ ਖਲਜੀ ਨੇ ਟਾਈਟਲ ਵੀ ਅਸਿਊਮ ਕੀਤਾ ਸਿਕੰਦਰੇ ਸਾਨੀ, ਪੂਰੀ ਦੁਨੀਆ ਦਾ ਸਿਕੰਦਰ, ਪੂਰੀ ਦੁਨੀਆ ਦਾ ਮੈਂ ਬਾਦਸ਼ਾਹ। ਤਾਂ ਉਹਨੇ ਕੈਲਿਫ ਨੂੰ ਕੋਈ ਜ਼ਿਆਦਾ ਰਿਗਾਰਡ ਨਹੀਂ ਕੀਤਾ।
पहले इंस्टांसिस मैं तुहानूं दस्से सीगे कि अलाउद्दीन खिलजी, मुहम्मद बिन तुगलक एंड इल्तुमिश वर्गे सुल्तान ही ये काजीज़ दी या थियो ਜਿਹੜੇ ਹੈਗੇ ਉਲੇਮਾ ਸੀਗੇ ਮੁਸਲਿਮ ਸਕੋਲਰ ਵਗੈਰਾ ਇਨਫੈਕਟ ਉਹਨਾਂ ਦੀ ਐਡਵਾਈਸ ਨੂੰ ਤਾਂ ਡਿਸਰਿਗਾਰਡ ਵੀ ਕਰਦੇ ਰਹੇ ਵੀ ਤੁਸੀਂ ਆਪਦੇ ਘਰੇ ਜਾਓ। वन ऑफ दी कंटैंपरेरी राइटर सीगे मेडिवल इंडिया दे बरानी अफसोस अपनी बुक च अफसोस प्रगट करते हैं कि जिहड़ी स्टेट है दिल्ली सल्तनत के टाइम ते जिहड़ी स्टेट है जिहड़ी एडमिनिस्ट्रेशन है यह टोटली इस्लामिक स्टेट नहीं हैगी। ये इदां दा रिगरेट प्रेजेंट करते हैं अपनी बुक च। ये कहते हैं कि सुल्तानस शरिया नाल रूल करन दी बजाए मतलब कंप्लीटली शरिया नू फॉलो करन दी बजाए अपनियां सैकुलर रेगूलेशंस बना के ही रूल करी जांदे है। इन्हां सैकुलर रेगूलेशंस नू कहंदे सी ज़वाबित। हुण ये इंपॉर्टेंट टर्म है तुहाडे एग्जाम पॉइंट ऑफ व्यू तो ज़वाबित की हुंदा है? वो सैकुलर रेगूलेशंस जिहड़ियां सप्लीमेंट करदियां सी शरिया नू भी शरिया च जो लिखिया वो तो ठीक है पर सुल्तान कहता सी मेरे हिसाब नाल तां आ करना बंद है। तो जिहड़ियां सैकुलर रेगूलेशंस है उन्हां नू कहंदे सी ज़वाबित। इनफैक्ट मतलब बरानी दी बुक का ही नाम है फतवा-ए जहानदारी। बुक्स मैं बाद चो तुहानूं लिखवाऊंगा लाइक इत्थे आपां एक बारी नाम कर लईए फतवा-ए जहानदारी। फतवा की हुंदा है जिहड़ा ओह रिलीजियस डिक्री जी इशू की जाती है यूजुअली वो मतलब रिलीजियस मैटर्स ते इशू की जाती है। इत्थे की है जहानदारी। बरानी इनफैक्ट डिस्टिंक्शन करता है बिटवीन दीनदारी एंड जहानदारी। दीनदारी जिहड़े रिलीजियस काम है रिलीजियस पॉइंट ऑफ व्यू तो जहानदारी दुनियादारी आप कह दें जी सैकुलर फंक्शनस है वो जहानदारी चाहते हैं रिलीजियस फंक्शनस है वो दीनदारी चाहते हैं। तो वो बुक का नाम ही है इनफैक्ट फतवा-ए जहानदारी सैकुलर रेगूलेशन सैकुलर डिक्रीज वगैरह। तो इस लाइक सारी डिस्कशन के बेसिस पे आप मतलब कह सकते हैं कि स्टेट प्रॉपरली एक थियोक्रेटिक स्टेट नहीं सी। स्टेट की तरह जो नीड्स ऑफ दी स्टेट सीगियां जो नीड्स ऑफ दी एडमिनिस्ट्रेशन सी उहदे बेसिस पे स्टेट रन की जाती सी। इनफैक्ट जे टैक्सिस की भी गल की जाए मैं तुहानूं दस्सिया सीगा कि फिरोज शाह तुगलक एक ऐसा सुल्तान सी जिन्हें अकॉर्डिंग टू शरिया टैक्सिस इंपोज किए है। जिहड़े टैक्सिस शरिया च नहीं दिते हुए उन्हें वो टैक्सिस अबॉलिश करते सीगे। जिस रेट ते शरिया कहता कि टैक्स लगना चाहिए उस रेट ते उन्हें टैक्सिस कलैक्ट किए सीगे। होर सुल्तान सिंह दा फिक्र नहीं की। एंड फिरोज शाह तुगलक दियां भी की मजबूरियां सी वो भी आपां देख लिया हुई हैं। ठीक है तो ये बेसिस ते तुसीं कह सकते हो। आप टैक्सिस वगैरह सारे हुणे सैपरेटली डिस्कस करांगे एडमिनिस्ट्रेशन वाले पोर्शन च। तो पहला जिहड़ा अपना एडमिनिस्ट्रेशन च टॉपिक बनता कि स्टेट टोटली थियोक्रेटिक सी ये हुण आपां कवर कर लिया। हुण आपां आने आ प्रॉपर एडमिनिस्ट्रेटिव मतलब एडमिनिस्ट्रेशन काम किवें करदी सी। एज फार एज सेंट्रल एडमिनिस्ट्रेशन वाज कंसर्न सब तो टॉप ते बैठा हुंदा सी सुल्तान जिहदे कोले सारियां पावर सीगियां मिलिटरी जुडिशियल लैजिस्लेटिव एग्जैक्टिव हर तरह की पावर सुल्तान दे ऑफिस च कंसनट्रेटेड सी। लेकिन हुण सुल्तान सारा कुछ आप नहीं कर सकता सी। ही वॉज द फाउंटेन हेड ऑफ अथॉरिटी बट अगे ऑफिस सीगे। सब तो पहला एंड सब तो इंपॉर्टेंट ऑफिस सी दिल्ली सल्तनत दे विच वजीर दा। ऑफिस नूं कहंदे सीगे दीवान ऑफिस नूं कहंदे है दीवाने विजारत। हैड नूं कहंदे सीगे वजीर। दीवाने विजारत दा हैड हुंदा सीगा वजीर। इहदा प्राइमरी रिस्पॉन्सिबिलिटी वजीर दी सीगी फाइनैंशियल एडमिनिस्ट्रेशन। फाइनैंसिस देखदा सी ਜਿਹੜੀ ਇਹਦੀ प्राइमरी रिस्पॉन्सिबिलिटी सीगी। बट इस तो अलावा मैं आपां डिस्कस किया सीगा कि बलबन ने स्पैशल सैपरेट मिलिटरी डिपार्टमेंट क्रिएट किया दीवाने अरिस। उस तो पहला मिलिटरी कौन देखता सी? वजीर देखता सी। वजीर की एक एडिशनल रिस्पॉन्सिबिलिटी भी सी सब दा सुपीरियर सीगा। बाकी जिन्ने आप डिपार्टमेंट करांगे मतलब कुछ आप लिखांगे कुछ आप लाइक अदरवाइज डिस्कस किए हुए बाकी जिन्ने भी डिपार्टमेंट सीगे उन्हां ते सुपरविजरी कंट्रोल रखना वो भी वजीर की रिस्पॉन्सिबिलिटी सी। तो सब तो सीनियर जिहड़ा ऑफिसर हुंदा सी वजीर। फिर दीवाने अरस मैं सिर्फ दीवान वारी नहीं लिख रहा मैं दीवाने अरस हेडेड बाय अर्ज़े मामलूकात।
ਹੈਡਡ ਬਾਏ, ਉਹ ਨਾਮ ਤੋਂ ਹੀ ਕਲੀਅਰ ਹੈ, ਅਰਜ਼-ਏ ਮਾਮਲੂਕਾਤ। ਅਰਜ਼ ਮਿਲਟਰੀ ਨੂੰ ਕਹਿੰਦੇ ਆ। ਫਿਰ ਉਸ ਤੋਂ ਅੱਗੇ ਡਿਪਾਰਟਮੈਂਟ ਸੀ ਦੀਵਾਨੇ ਇਨਸ਼ਾ। ਦੀਵਾਨੇ ਇਨਸ਼ਾ ਇਹ ਰਾਇਲ ਕੋਰਸਪੋਂਡੈਂਸ ਦਾ ਡਿਪਾਰਟਮੈਂਟ ਸੀ। ਦਿਸ ਵਾਸ ਦ ਡਿਪਾਰਟਮੈਂਟ ਆਫ ਰਾਇਲ ਕੋਰਸਪੋਂਡੈਂਸ। ਰਾਇਲ ਕੋਰਸਪੋਂਡੈਂਸ ਕਹਿ ਲਓ ਜਾਂ ਇਹਨੂੰ ਇਨ ਅ ਵੇ ਫੋਰਨ ਅਫੇਅਰਸ ਤੇ ਵੀ ਟਰਾਂਸਲੇਟ ਕੀਤਾ ਜਾ ਸਕਦਾ ਹੈ। ਜਿਹੜਾ ਰਾਜੇ ਨੇ ਨੇਬਰਿੰਗ ਰਾਜਿਆਂ ਨੂੰ ਲਾਈਕ ਨਾਲ ਜਿਹੜੀ ਕਮਿਊਨੀਕੇਸ਼ਨ ਹੁੰਦੀ ਸੀ, ਆਫੀਸ਼ੀਅਲ ਕਮਿਊਨੀਕੇਸ਼ਨ ਜਿਨ੍ਹਾਂ ਦੇ ਥਰੂ ਚੈਨਲਾਈਜ਼ ਕੀਤੀ ਜਾਂਦੀ ਸੀਗੀ, ਦੈਟ ਵਾਸ ਦੀਵਾਨੇ ਇਨਸ਼ਾ। ਐਂਡ ਦੈਨ ਲਾਸਟ ਸੀਗਾ ਦੀਵਾਨੇ ਰਸਾਲਤ। ਦੀਵਾਨੇ ਰਸਾਲਤ ਇਹ ਰਿਲੀਜੀਅਸ ਅਫੇਅਰਸ ਦਾ ਮੈਟਰ ਸੀ। ਰਿਲੀਜੀਅਸ ਅਫੇਅਰਸ। दीवाने अरज हेडेड बाय अर्ज़े मामलूकात। दीवाने इंशा हेडेड बाय बरीदे मामलूकात। बरीद मतलब चीफ बरीद हुंदा सीगा। एक छोटे बरीद हुंदे सीगे, एक पूरे मामलूकात दा पूरे लाइक सल्तनत दा एक हेड बरीद हुंदा सीगा। बरीदे मामलूकात वाज द इंचार्ज ऑफ दीवाने इंशा। अर्ज़े मामलूकात हेड ऑफ दीवाने अरज। दीवाने रसालत का हैड कौन है? इत्थे हुण तुसीं नाम याद रखना है, सदर उस सदर। सदर उस सदर, चीफ सदर, सदरां दा सदर। छोटे प्रोविंशियल लैवल ते सिटी लैवल ते भी सदर हुंदे सीगे। जिहड़ा सल्तनत लैवल ते रिलीजीअस मैटर्स दा हैड हुंदा सी, सदरां दा भी सदर, चीफ सदर। फिर जस्टिस डिस्पेंस करने लिए भी सैपरेट जस्टिस डिपार्टमेंट हुंदा सीगा, हेडेड बाय काजी उल कुज़्ज़त। काजी उल कुज़्ज़त काजियां दा काजी। हर शहर च काजी हुंदा सीगा, प्रोविंशियल लैवल ते काजी हुंदा सीगा, मतलब मल्टीपल बहुत काजी हुंदे आ। जिहड़ा काजियां दा भी काजी है, चीफ काजी है, चीफ जस्टिस काजी उल कुज़्ज़त। एंड मतलब ये मैं सैपरेटली लिखा क्यों नहीं है, क्योंकि सेम बंदा ही काजी उल कुज़्ज़त एंड सदर उल सदर की तरह एक्ट करता सीगा। हुण काजी भी उही लगूगा जिहड़ा मतलब जिन्हों शरीया शुरिया पता है, जिन्हों इस्लामिक लॉ बारे पता है, उही काजी लगूगा। एंड रिलीजीअस मैटर्स का भी रिलीजीअस अफेयर्स का भी जे इंचार्ज लाना है, वो भी उही बंदा लगूगा जिन्हों शरीया की नॉलेज है, जिन्हों रिलीजन की नॉलेज है। तो सदर उस सदर ते काजी उल कुज़्ज़त यूजुअली सेम पर्सन वाज अपॉइंटेड टू बोथ दीज पोस्ट। ठीक है जी। तो एक तो मतलब आता हो गए स्टैंडर्ड डिपार्टमेंट जड़े थ्रू आउट सल्तनत चले है। फिर कुछ आइसोलेटेड मतलब इंडिविजुअल सुल्तान्स ने भी कुछ डिपार्टमेंट्स क्रिएट किए हैं। जिवें आपां कीता सी मुहम्मद बिन तुगलक ने दीवाने को क्रिएट किया। दीवाने को कादे लई है हुणे तुसीं दसोगे, मैं नहीं दसना। सैपरेट डिपार्टमेंट फॉर एग्रीकल्चर। इस तरह फिरोज शाह तुगलक ने दीवाने बंदगनी स्टार्ट किया सीगा। बंदगनी की है? बंदगान कहते हैं स्लेव्स नूं। स्लेव्स की मेंटेनेंस लिए उन्हें सैपरेट डिपार्टमेंट क्रिएट किया। फिरोज शाह तुगलक ने ही दीवाने खैरात क्रिएट किया सी। खैरात आपां कीता सी, खैरात चैरिटी नूं कहते हैं। तो चैरिटीज़ लिए उन्हें सैपरेट डिपार्टमेंट क्रिएट किया। तो इंडिविजुअल सुल्तान्स ने भी कुछ डिपार्टमेंट्स क्रिएट किए हैं और लेकिन मतलब जनरल एडमिनिस्ट्रेटिव स्ट्रक्चर च आपां नहीं लिखते। फिर मैं आपां गल कीती सी कि नायबे मामलूकात भी पोस्ट है, डिप्टी सुल्तान, वो तो मैं इत्थे लिखी नहीं। वो एज सच कोई परमानेंट पोस्ट नहीं हैगी, सिचुएशन टू सिचुएशन डिपेंड करते, जिथे सुल्तान नूं लगदा है या मतलब वो इन्ना पावरफुल नहीं हैगा। तो डिप्टी सुल्तान भी इत्थे एग्जिस्ट करता हुंदा सीगा। इस लैवल तो ऊपर सुल्तान तो थल्ले द पोस्ट इज नायबे मामलूकात, नायब सुल्तान, डिप्टी सुल्तान। ठीक है जी। तो ये होगी अपनी सारी सेंट्रल एडमिनिस्ट्रेशन ऑफ दिल्ली सल्तनत। हुण आपां गल करिए प्रोविंशियल लैवल ते किस तरह सीगा, मतलब लोकल एडमिनिस्ट्रेशन। एज सच कोई प्रॉपर प्रोविंसेस वगैरह नहीं सीगे, मतलब एज सच कोई प्रोविंशियल डिवीजन एग्जिस्ट नहीं करती सी दिल्ली सल्तनत चो। वो मुगल टाइम्स च आऊगी जो सूबे का कंसैप्ट आऊगा, सूबे का हैड होगा सूबेदार। हजे कोई सूबे का कंसैप्ट नहीं हैगा। हजे जिहड़ा आपां इकतादारी सिस्टम कीता सीगा,
Ikta was like roughly equivalent to a province, not exactly, but मतलब central level ਤੋਂ ਥੱਲੇ ਜਿਹੜਾ next level ਹੁੰਦਾ ਸੀਗਾ ਉਹ ਇਕਤਾ ਦਾ ਹੀ level ਹੁੰਦਾ ਸੀਗਾ। Every Ikta was headed by वली या फिर मुक्ति, वली या फिर मुक्ति was the head of Ikta। ਹੁਣ ਇਕਤਾ ਤੋਂ ਥੱਲੇ next ਕਿਹੜਾ level ਹੁੰਦਾ ਸੀਗਾ? ਇਕਤਾ ਤੋਂ ਥੱਲੇ ਹੁੰਦਾ ਸੀ ਸਿੱਖ, ਸਿੱਖ ਤੋਂ ਥੱਲੇ ਹੁੰਦਾ ਸੀ ਪਰਗਨਾ, ਐਂਡ ਪਰਗਨਾ ਤੋਂ ਥੱਲੇ ਹੁੰਦਾ ਸੀ ਵਿਲੇਜ। ਸਿੱਖ, ਪਰਗਨਾ, ਵਿਲੇਜ। ਹੁਣ every Sikh was headed by an officer called Sikhdar. Every Pargana was headed by an officer Chaudhary, and every village was headed by officers known as Khoot या फिर मुकद्दम। खूत या मुकद्दम, इत्थे मैं प्लूरल च लिखता खूट्स सिंगुलर, खूत या फिर मुकद्दम दोनों विलेज हैडमैन ਲਈ, विलेज ਦੇ ਸਰਪੰਚ ਲਈ ਵਰਡ ਯੂਜ਼ ਕੀਤਾ ਜਾਂਦਾ ਸੀ खूत या मुकद्दम। ਪਰਗਨਾ ਲੈਵਲ ਤੇ ਜਿਹੜਾ ਇੰਚਾਰਜ ਹੁੰਦਾ ਸੀ ਉਹਨੂੰ ਚੌਧਰੀ ਕਹਿੰਦੇ ਸੀਗੇ, 25 ਪਿੰਡਾਂ ਦਾ ਚੌਧਰੀ। ਹੈਡ ਆਫ group of 84 villages, group of 100 villages, 150 villages ਦਾ ਚੌਧਰੀ। ਦੈਨ ਉਸ ਤੋਂ ਉੱਪਰ ਲੈਵਲ ਹੁੰਦਾ ਸੀਗਾ ਸਿੱਖਦਾਰ ਦਾ, ਉਸ ਤੋਂ ਉੱਪਰ ਵਲੀ ਜਾਂ ਮੁਕਤੀ ਹੁੰਦੇ ਸੀਗੇ ਜਿਹੜੇ ਇਕਤਾ ਦਾ ਇੰਚਾਰਜ ਹੁੰਦਾ ਸੀਗਾ। ਇਹ ਆ ਆਪਣੀ ਵਰਟੀਕਲ ਐਡਮਿਨਿਸਟ੍ਰੇਸ਼ਨ, ਠੀਕ ਆ ਜੀ। ਇਹ ਆਫਿਸਰਸ ਦੇ ਤੁਸੀਂ ਨਾਮ ਧਿਆਨ 'ਚ ਰੱਖਣੇ ਆ, ਆਪਾਂ ਨੂੰ ਪੇਪਰ 'ਚ ਪੁੱਛ ਲੈਂਦੇ ਆ। ਦੂਸਰੀ ਮਤਲਬ ਇਹ ਥੋੜੀ ਜੀ ਮਤਲਬ ਪੇਚੀਦਾ ਗੱਲ, ਚੌਧਰੀ, ਖੂਤ ਜਾਂ ਫਿਰ ਮੁਕੱਦਮ, ਇਹਨਾਂ ਦਾ ਕੰਮ ਹੁੰਦਾ ਸੀਗਾ ਵਿਲੇਜ ਲੈਵਲ ਤੇ। ਇਹ ਹੈਡਮੈਨ ਸੀਗੇ 100 ਵਿਲੇजेस ਦੇ, 50 ਵਿਲੇजेस ਦੇ, 84 ਵਿਲੇजेस ਦੇ, 150 ਵਿਲੇजेस ਦੇ, 125 ਵਿਲੇजेस ਦਾ ਇੱਕ ਚੌਧਰੀ ਹੁੰਦਾ ਸੀਗਾ। ਬਟ ਇਹ ਜਿਹੜੇ ਆਫਿਸਰ ਸੀਗੇ ਇਹ ਸਟੇਟ ਦੇ ਪੇਡ ਆਫਿਸਰਸ ਨਹੀਂ ਹੁੰਦੇ ਸੀਗੇ। ਥੋੜੀ ਜੀ ਮਤਲਬ ਇਹ ਸਮਝਣ ਵਾਲੀ ਗੱਲ ਹੈ, ਐਸ ਸੱਚ ਐਗਜ਼ਾਮ 'ਚ ਇਸ 'ਤੇ ਕੁਐਸਚਨ ਨਹੀਂ ਆਊਗਾ, ਆਪਾਂ ਨਾਮ ਯਾਦ ਰੱਖਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਬਟ ਅਦਰਵਾਈਜ਼ ਕਿ ਚੌਧਰੀ, ਖੂਤ ਤੇ ਮਤਲਬ ਖੂਤ ਜਾਂ ਮੁਕੱਦਮ ਤਾਂ ਇੰਟਰਚੇਂਜੇਬਲੀ ਯੂਜ਼ ਹੁੰਦੇ ਸੀਗੇ। ਇਹ ਸਟੇਟ ਦੇ ਪੇਡ ਆਫਿਸਰਸ ਨਹੀਂ ਹੁੰਦੇ ਸੀਗੇ। ਐ ਨਹੀਂ ਹੈ ਵੀ ਸੁਲਤਾਨ ਨੇ ਕੋਈ ਆਫਿਸਰ ਅਪਾਇੰਟ ਕੀਤਾ, ਜਾਂ ਤੈਨੂੰ ਮੈਂ ਚੌਧਰੀ ਲਾਤਾ, ਉਹਦੀ ਟਰਾਂਸਫਰ ਕਰਕੇ ਚੱਲ ਤੈਨੂੰ ਮੈਂ ਦੂਜੇ ਪਰਗਨਾ ਦਾ ਚੌਧਰੀ ਲਾ ਦਿੰਦਾ। ਸੁਲਤਾਨ ਦੁਆਰਾ ਅਪਾਇੰਟ ਕੀਤੇ ਗਏ ਆਫਿਸਰ ਨਹੀਂ ਹੁੰਦੇ ਸੀਗੇ। ਇਹ ਵਲੀ ਜਾਂ ਮੁਕਤੀ ਦੁਆਰਾ ਵੀ ਅਪਾਇੰਟ ਕੀਤੇ ਗਏ ਆਫਿਸਰ ਨਹੀਂ ਹੁੰਦੇ ਸੀਗੇ। ਇਹ ਵਿਲੇਜ ਕਮਿਊਨਿਟੀ ਦੇ ਹੀ ਮੈਂਬਰਸ ਹੁੰਦੇ ਸੀਗੇ। ਜਿਹੜਾ ਲਾਈਕ ਪਿੰਡ ਦਾ ਸਭ ਤੋਂ ਵੱਡਾ ਲੈਂਡਲੋਰਡ ਹੋਊਗਾ ਉਹ ਮਤਲਬ ਖੂਤ ਜਾਂ ਮੁਕੱਦਮ ਹੋ ਜਾਊਗਾ, ਪੰਚਾਇਤ ਹੋਊਗੀ, ਉਹ ਆਪਸ 'ਚ ਸਹਿਮਤੀ ਦੇ ਨਾਲ ਕਿਸੇ ਨੂੰ ਖੂਤ ਜਾਂ ਮੁਕੱਦਮ ਅਪਾਇੰਟ ਕਰ ਦੇਣਗੇ। ਇਹਦੀ ਰਿਸਪੌਂਸਿਬਿਲਿਟੀ ਹੋਊਗੀ। ਇਹ ਸਟੇਟ ਦੇ ਅਫਸਰ ਨਹੀਂ ਗਏ, ਬਟ ਸਟੇਟ ਨੇ ਇਹਨਾਂ ਨੂੰ ਰਿਸਪੌਂਸਿਬਿਲਿਟੀ ਦਿੱਤੀ ਹੋਈ ਹੈ ਕਿ ਤੁਸੀਂ ਆਪਣੇ ਪਿੰਡ 'ਚੋਂ ਰੈਵਨਿਊ ਕਲੈਕਟ ਕਰੋਗੇ, ਰੈਵਨਿਊ ਕਲੈਕਟ ਕਰਕੇ ਦੇ ਦੋਗੇ ਤੁਸੀਂ ਚੌਧਰੀ ਨੂੰ। ਹੁਣ ਚੌਧਰੀ ਕੌਣ ਹੈ? ਚੌਧਰੀ ਵੀ ਐਸ ਸੱਚ ਕੋਈ ਸਟੇਟ ਦੁਆਰਾ ਅਪਾਇੰਟ ਕੀਤਾ ਗਿਆ ਬੰਦਾ ਨਹੀਂ ਹੈ। ਇਹ ਵੀ ਜਿਹੜਾ ਮਤਲਬ ਉਸ ਇਲਾਕੇ ਦਾ ਸਭ ਤੋਂ ਵੱਡਾ ਜ਼ਿਮੀਂਦਾਰ ਹੋਊਗਾ ਉਹਨੂੰ ਚੌਧਰੀ ਅਪਾਇੰਟ ਕਰ ਦੇਣਗੇ। ਉਹਨੂੰ ਕਹਿ ਦੇਣਗੇ ਬਈ ਤੂੰ ਚੌਧਰੀ ਦੇ ਫੰਕਸ਼ਨ ਪਰਫਾਰਮ ਕਰਨੇ ਆ ਚੌਧਰੀ ਸਾਹਿਬ। ਤੋ ਇਹਦੀ ਵੀ ਰਿਸਪੌਂਸਿਬਿਲਿਟੀ ਹੋਊਗੀ ਕਿ ਖੂਤ ਮੁਕੱਦਮ ਜਿਹੜਾ ਰੈਵਨਿਊ ਦੇ ਰਿਹਾ ਹੈ ਇਹ ਰੈਵਨਿਊ ਕਲੈਕਟ ਕਰੂਗਾ, ਅੱਗੇ ਸਿੱਖਦਾਰ ਨੂੰ ਹੈਂਡਓਵਰ ਕਰ ਦੂਗਾ। ਹੁਣ ਸਿੱਖਦਾਰ ਸਟੇਟ ਦਾ ਆਫਿਸਰ ਹੈ, ਸਿੱਖਦਾਰ ਅੱਗੇ ਵਲੀ ਮੁਕਤੀ ਨੂੰ ਦੇ ਦੂਗਾ, ਇਹ ਤਾਂ ਆਫਕੋਰਸ ਸਟੇਟ ਦੇ ਹੀ ਬੰਦੇ ਹੈ। ਬਟ ਇਹਨਾਂ ਨੂੰ ਸਿਰਫ ਰਿਸਪੌਂਸਿਬਿਲਿਟੀ ਮਿਲੀ ਸੀਗੀ ਰੈਵਨਿਊ ਕਲੈਕਟ ਕਰਨ ਦੀ ਲੋਕਲ ਲੈਵਲ ਤੇ, ਠੀਕ ਹੈ ਜੀ। ਇਹ ਆਪਣਾ ਇਹਨਾਂ ਦਾ ਕੁਛ ਸ਼ੇਅਰ ਹੁੰਦਾ ਸੀਗਾ, ਜਿਹੜਾ ਬੰਦਾ ਸੀ 10% ਸ਼ੇਅਰ ਬਣ ਜਾਂਦਾ ਸੀਗਾ, ਚੌਧਰੀ ਨੂੰ 2.5% ਸ਼ੇਅਰ ਬਣ ਜਾਂਦਾ ਸੀਗਾ ਜਿਹੜਾ ਰੈਵਨਿਊ ਕਲੈਕਟ ਹੋਊਗਾ। ਇਸ ਤਰ੍ਹਾਂ ਕਰਕੇ ਇਹ ਪੇਡ ਆਫਿਸਰਸ ਆਫ ਦੀ ਸਟੇਟ ਨਹੀਂ ਹੈਗੇ। ਕਲੀਅਰ ਹੈ? ਫਿਰ ਇੱਕ ਆਫਿਸਰ ਤੁਸੀਂ ਹੋਰ ਨਾਮ ਯਾਦ ਰੱਖੋਗੇ, ਇਹ ਅਦਰਵਾਈਜ਼ ਵੀ ਆਪਣੀ ਲੋਕਲ ਵੋਕੈਬ ਦਾ ਹੀ ਹਿੱਸਾ ਰਹਿੰਦਾ, ਕੋਤਵਾਲ। ਕਹਿੰਦੇ ਕੋਤਵਾਲੀ ਪੁਲਿਸ ਸਟੇਸ਼ਨ ਨੂੰ ਕਹਿੰਦੇ ਆ, ਜਿਹੜਾ ਸਿਟੀ ਲੈਵਲ ਤੇ ਪੁਲਿਸ ਦਾ ਇੰਚਾਰਜ ਹੁੰਦਾ ਹੈ, ਲਾਅ ਐਂਡ ਆਰਡਰ ਦਾ ਇੰਚਾਰਜ ਹੁੰਦਾ ਹੈ, ਉਹਨੂੰ ਕੋਤਵਾਲ ਕਹਿੰਦੇ ਸੀ। ਐਂਡ ਉਹਦੇ ਆਫਿਸ ਨੂੰ ਕੋਤਵਾਲੀ ਕਹਿੰਦੇ ਸੀਗੇ। ਤਾਂ ਇਹ ਕੁਝ ਆਫਿਸਰਸ ਹੈ ਐਡਮਿਨਿਸਟ੍ਰੇਸ਼ਨ ਦੇ ਪੁਆਇੰਟ ਆਫ ਵਿਊ ਤੋਂ ਤੁਸੀਂ ਯਾਦ ਰੱਖਣੇ ਹੈ। ਹੁਣ ਇਹ ਤਾਂ ਮਤਲਬ ਆਫਿਸਰਸ ਵਾਲੇ ਹੋ ਗਏ, ਪ੍ਰੋਪਰ ਐਡਮਿਨਿਸਟ੍ਰੇਸ਼ਨ ਹੋ ਗਈ। ਹੁਣ ਆਪਾਂ ਰੈਵਨਿਊ ਐਡਮਿਨਿਸਟ੍ਰੇਸ਼ਨ ਤੇ ਆਉਂਦੇ ਹਾਂ। As far as revenue administration was concerned,
land revenue was the most important source of revenue for the state. Land revenue was the most important source of revenue for the state. ਹੁਣ ਇਸ ਕੰਟੈਕਸਟ 'ਚ ਇਹ ਲੈਂਡ ਰੈਵਨਿਊ ਕਲੈਕਟ ਕਿਵੇਂ ਕੀਤਾ ਜਾਂਦਾ ਸੀਗਾ, ਕਿਸ ਰੇਟ ਤੇ ਕਲੈਕਟ ਕੀਤਾ ਜਾਂਦਾ ਸੀ? ਮੋਸਟ ਆਫ ਦੀ ਦਿੱਲੀ ਸਲਤਨਤ 'ਚ 33% ਵਾਸ ਦੀ ਰੇਟ ਆਫ ਰੈਵਨਿਊ। ਕੁਝ ਐਕਸੈਪਸ਼ਨਲ ਕੇਸਿਸ 'ਚ ਕੁਝ ਸੁਲਤਾਨਸ ਨੇ 50% ਤੇ ਵੀ ਰੈਵਨਿਊ ਕਲੈਕਟ ਕੀਤਾ ਹੈ, ਬਟ ਉਹ ਸਿਰਫ ਦੋ ਐਗਜ਼ਾਮਪਲਸ ਹੈ, ਅਲਾਉਦੀਨ ਖਲਜੀ ਤੇ ਮੁਹੰਮਦ ਬਿਨ ਤੁਗਲਕ। ਇਹਨਾਂ ਦੋ ਸੁਲਤਾਨਸ ਨੇ 50% ਤੇ ਰੈਵਨਿਊ ਕਲੈਕਟ ਕੀਤਾ ਹੈ। ਬਾਕੀ ਯੂਜੂਅਲ ਰੇਟ ਵਾਸ 33%। ਇਨ ਜਨਰਲੀ ਮੈਡੀਵਲ ਇੰਡੀਆ 'ਚ 33% ਹੀ ਰੇਟ ਆਫ ਇੰਟਰਸਟ ਰਿਹਾ, ਮੁਗਲਸ ਦੇ ਟਾਈਮ ਤੇ ਵੀ ਐਂਡ ਪਹਿਲਾਂ ਵੀ ਸ਼ੇਰ ਸ਼ਾਹ ਦੇ ਟਾਈਮ ਤੇ ਵੀ। ਅਲਾਉਦੀਨ ਖਲਜੀ ਤੇ ਮੁਹੰਮਦ ਬਿਨ ਤੁਗਲਕ ਨੇ ਹੀ 50% ਤੇ ਕਲੈਕਟ ਕੀਤਾ। ਉਹ ਵੀ ਇੱਦਾਂ ਨਹੀਂ ਕਿ ਪੂਰੀ ਸਲਤਨਤ 'ਚੋਂ, ਮਤਲਬ ਜਿਹੜੇ ਫਰਟਾਈਲ ਏਰੀਆ ਸੀਗੇ ਜਿੱਥੇ ਪ੍ਰੋਡਕਸ਼ਨ ਜ਼ਿਆਦਾ ਸੀ ਉੱਥੇ ਉਹਨਾਂ ਨੇ 50% ਤੇ ਕਲੈਕਟ ਕੀਤਾ। ਹੁਣ ਇਸ ਚੀਜ਼ ਨੂੰ ਮਤਲਬ ਕਲੈਕਟ ਕਿਵੇਂ ਕੀਤਾ ਜਾਂਦਾ ਸੀ, ਜਿਹੜਾ ਰੈਵਨਿਊ ਡਿਊ ਬਣਦਾ ਉਹਨੂੰ ਕਲੈਕਟ ਕਿਵੇਂ ਕੀਤਾ ਜਾਂਦਾ ਸੀਗਾ, ਜਿਹੜਾ ਦਾ ਮੋਸਟ ਕਾਮਨ ਮੈਥਡ ਸੀਗਾ ਦੈਟ ਮੈਥਡ ਵਾਸ ਬਟਾਈ। ਵੰਡ ਲਿਆ ਆਪਾਂ, ਹਿੱਸਾ ਪਾ ਲਿਆ, ਆ 2/3 ਤੇਰਾ, ਆ 1/3 ਸਾਡਾ, ਇਸ ਤਰ੍ਹਾਂ ਕਰਕੇ ਬਟਾਈ ਜਾਂ ਬਟਾਈ ਨੂੰ ਹੀ ਕਹਿੰਦੇ ਸੀਗੇ ਕੱਲਾ ਬਖਸ਼ੀ। It simply stood for crop division. Crops ਆਪਾਂ ਵੰਡ ਲੀਆਂ, in kind revenue pay ਹੋਇਆ and in kind ਹੀ usually pay ਕੀਤਾ ਜਾਂਦਾ ਸੀ। but again strong ਸੁਲਤਾਨਸ ਨੇ ਕੋਸ਼ਿਸ਼ ਕੀਤੀ ਹੈ ਕਿ land measurement ਕਰਵਾਈ ਜਾਵੇ। land measurement ਕਰਵਾਉਣ ਤੋਂ ਬਾਅਦ ਜਿੱਥੋਂ ਤੱਕ possible ਹੋ ਸਕੇ cash 'ਚ revenue collect ਕੀਤਾ ਜਾਵੇ, because state preferred payment in cash. but most common method ਸੀਗਾ in kind ਹੀ division ਕਰਕੇ crop division ਹੋ ਜਾਂਦੀ ਸੀ, in kind ਹੀ payment ਹੁੰਦੀ ਸੀਗੀ। ਠੀਕ ਹੈ ਜੀ। ਅਲਾਉਦੀਨ ਖਲਜੀ ਵਾਸ ਦੀ ਫਰਸਟ ਸੁਲਤਾਨ ਜਿਹਨੇ ਲੈਂਡ ਮੈਜਰਮੈਂਟ ਕਰਵਾਈ। ਮੁਹੰਮਦ ਬਿਨ ਤੁਗਲਕ ਨੇ ਇਸ ਨੂੰ ਕੰਟੀਨਿਊ ਕੀਤਾ, ਫਿਰੋਜ਼ ਤੁਗਲਕ ਨੇ ਇਸ ਸਿਸਟਮ ਨੂੰ ਕੰਟੀਨਿਊ ਕੀਤਾ। ਸੋ ਅਲਾਉਦੀਨ ਖਲਜੀ, ਮੁਹੰਮਦ ਬਿਨ ਤੁਗਲਕ, ਫਿਰੋਜ਼ ਤੁਗਲਕ, ਸਿਕੰਦਰ ਲੋਧੀ ਟੂ ਅ ਵੈਰੀ ਲਾਈਕ ਸਮਾਲ ਐਕਸਟੈਂਟ, ਇਹਨਾਂ ਨੇ ਲੈਂਡ ਮੈਜਰਮੈਂਟ ਕਰਵਾਈ ਆ। ਉਹਦੇ ਬੇਸਿਸ ਤੇ ਕੁਝ ਅਸੈਸਮੈਂਟ ਕੀਤੀ ਗਈ ਹੈ, ਕ੍ਰੌਪ ਅਸੈਸਮੈਂਟ ਕਰਕੇ ਇਹ ਰੈਵਨਿਊ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਬਾਕੀ ਨੇ ਤਾਂ ਮੋਸਟਲੀ ਜਿਹੜਾ ਮੋਸਟ ਕਾਮਨ ਮੈਥਡ ਸੀਗਾ ਉਹ ਇਹ ਸੀਗਾ ਬਟਾਈ, ਤੁਸੀਂ ਯਾਦ ਰੱਖਣਾ ਹੈ। ਠੀਕ ਹੈ। ਅਸੈਸਮੈਂਟ ਲਈ ਟਰਮ ਯੂਜ਼ ਕਰ ਲੈਂਦੇ ਸੀਗੇ, ਮਤਲਬ ਅੰਦਾਜ਼ੇ ਨਾਲ ਕਰਤਾ, ਦੈਟ ਇਜ਼ ਕੰਕੂਤ। ਇਹ ਇੰਨੀ ਜ਼ਿਆਦਾ ਇੰਪੋਰਟੈਂਟ ਟਰਮ ਨਹੀਂ, ਯਾਦ ਰਹੇ ਤਾਂ ਠੀਕ ਹੈ, ਬਟ ਆ ਤੁਸੀਂ ਯਾਦ ਰੱਖਣੀ ਹੈ। ਹੁਣ ਇਹ ਤਾਂ ਹੋ ਗਿਆ ਲੈਂਡ ਰੈਵਨਿਊ। ਹੋਰ ਕਿਹੜੇ ਟੈਕਸਿਸ ਵਗੈਰਾ ਹੁੰਦੇ ਸੀਗੇ, ਜਾਂ ਲੈਂਡ ਰੈਵਨਿਊ ਵੀ ਮਤਲਬ ਟੈਕਸਿਸ ਦੀ ਟਰਮੀਨੋਲੋਜੀ 'ਚ ਕਿੱਥੇ ਉਹ ਲਾਇਆ ਕਰਦਾ ਸੀਗਾ। ਪਹਿਲਾਂ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਮਤਲਬ ਮੈਂ 2-3 ਵਾਰੀ ਰੈਫਰੈਂਸ ਦੇਤਾ, ਸ਼ਰੀਆ ਜਿਹੜੇ ਟੈਕਸਿਸ ਮਤਲਬ ਲਾਉਣ ਲਈ ਕਹਿੰਦਾ, ਵਾਟ ਆਰ ਦੀ ਲਾਈਕ ਲੀਗਲ ਟੈਕਸਿਸ ਕਿਹੜੇ ਹੈਗੇ ਆ। 4 ਟੈਕਸਿਸ ਕਾਮਨ ਸੀਗੇ ਇਨ ਦੀ ਦਿੱਲੀ ਸਲਤਨਤ, ਖਮਸ, ਖਰਾਜ, ਜਜ਼ੀਆ, ਜ਼ਕਾਤ। ਖਮਸ, ਖਰਾਜ, ਜਜ਼ੀਆ, ਜ਼ਕਾਤ, ਇਹ ਤੁਸੀਂ ਚਾਰੋਂ ਨਾਮ ਯਾਦ ਰੱਖਣੇ ਹੈ, ਵੈਰੀ ਇੰਪੋਰਟੈਂਟ। ਖਮਸ, ਖਰਾਜ, ਜਜ਼ੀਆ, ਜ਼ਕਾਤ। ਇਹ ਥੋੜਾ ਜਿਹਾ ਇਲਾਕਾ ਮੈਨੂੰ ਕਲੀਅਰ ਕਰਨਾ ਪੈਣਾ ਹੈ। ਓਕੇ, Khams was basically war booty. जो हमने अटैक किया नेबरिंग राजा पे एंड लाइक उसका खजाना लूट लिया। जेड़ा आहा खजाना आपा लुट के आए, that is khams. That was one of the sources of revenue for the state, one of the important sources of revenue for the state. ਅਲਾਉਦੀਨ ਖਲਜੀ ਨੇ ਡੈਕਨ ਕੈਂਪੇਨ ਕੀਤੀ, ਹਰਾਤਾ ਜੀ ਹੋਸਾਲਾਜ਼ ਆਫ ਦੋਰਾ ਸਮੁੰਦਰਾ ਨੂੰ, ਉਹਨਾਂ ਨੂੰ ਕਿਹਾ ਸਾਨੂੰ ਦੋ ਖਜ਼ਾਨਾ। ਇਹ ਜਿਹੜਾ ਖਜ਼ਾਨਾ ਹੈ that is khams। ਹੁਣ ਇੱਥੇ ਇੱਕ ਡਿਸਟਿੰਕਸ਼ਨ ਹੈ, ਇਸਲਾਮਿਕ ਲਾਅ ਕਹਿੰਦਾ ਹੈ, ਸ਼ਰੀਆ ਕਹਿੰਦਾ ਹੈ ਕਿ ਵਾਰ ਬੂਟੀ ਨੂੰ ਤੁਸੀਂ 20:80 ਦੀ ਰੇਸ਼ੋ 'ਚ ਡਿਵਾਈਡ ਕਰਨਾ। 20 ਸੁਲਤਾਨ ਰੱਖ ਲੈ, ਜਾਂ ਜਿਹੜਾ ਮੇਨ ਕਮਾਂਡਰ ਹੈ ਜਿਹਨੇ ਲੀਡ ਕੀਤਾ, ਜਿਹੜਾ ਸਭ ਤੋਂ ਟੌਪ ਤੇ ਹੈ, ਉਹ ਰੱਖ ਲੈ। 80% ਸੋਲਜਰਸ 'ਤੇ ਡਿਸਟਰੀਬਿਊਟ ਕਰ ਦਿੱਤਾ ਜਾਵੇ।
ਜਿਹੜੇ ਸੋਲਜਰਸ ਨੂੰ ਲੈ ਕੇ ਗਏ ਹੋ, ਮਤਲਬ ਪੂਰੀ ਤੁਹਾਡੀ ਫੌਜ ਗਈ ਹੈ, ਤਾਂ ਹੀ ਤਾਂ ਤੁਸੀਂ ਉਹਨੂੰ ਹਰਾਇਆ ਹੈ, ਤਾਂ ਹੀ ਤਾਂ ਤੁਹਾਨੂੰ ਇਹ ਵਾਰ ਬੂਟੀ ਮਿਲੀ ਹੈ, ਤਾਂ ਫੌਜ 'ਚ ਡਿਸਟਰੀਬਿਊਟ ਕਰ ਦਿੱਤਾ ਜਾਵੇ 80% ਆਫ ਦੀ ਖਮਸ। ਇੱਦਾਂ ਸ਼ਰਾ ਕਹਿੰਦਾ, ਇੱਦਾਂ ਸ਼ਰੀਆ ਦੇ ਅਕੋਰਡਿੰਗ ਇੱਦਾਂ, ਮਤਲਬ ਇੱਦਾਂ ਦੀ ਇੰਜੰਕਸ਼ਨ ਹੈ। ਬਟ ਸੁਲਤਾਨਸ ਨੇ ਮੰਨੀ ਨਹੀਂ ਇਹ ਗੱਲ। ਮੋਸਟ ਆਫ ਦੀ ਸੁਲਤਾਨਸ ਨੇ ਇਹਦਾ ਉਲਟਾ ਕੀਤਾ ਕਿ 80% ਤਾਂ ਸੁਲਤਾਨ ਨੇ ਆਪ ਰੱਖ ਲਿਆ, ਮਤਲਬ ਸਟੇਟ ਟ੍ਰੈਜਰੀ ਦਾ ਹਿੱਸਾ ਬਣਾਤਾ, 20% ਸੋਲਜਰਸ 'ਚ ਡਿਸਟਰੀਬਿਊਟ ਕਰਤਾ। ਇਹ ਐਕਚੁਅਲ ਹੈ, ਇਹ ਥਿਓਰੈਟੀਕਲ ਹੈ। ਇਹ ਇਸਲਾਮਿਕ ਲਾਅ ਦੇ ਹਿਸਾਬ ਨਾਲ ਇਹ ਰੇਸ਼ੋ ਹੋਣੀ ਚਾਹੀਦੀ ਹੈ, ਲੇਕਿਨ ਮੋਸਟਲੀ ਸੁਲਤਾਨਸ ਨੇ ਲਾਈਕ ਇਹ ਰੇਸ਼ੋ ਰਿਵਰਸ ਰੇਸ਼ੋ ਫੋਲੋ ਕੀਤੀ ਹੈ। ਬਟ ਇੱਕ ਐਕਸੈਪਸ਼ਨ ਹੈ, ਉਹ ਹੁਣ ਤੱਕ ਦੀ ਡਿਸਕਸ਼ਨ ਦੇ ਬੇਸਿਸ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਐਕਸੈਪਸ਼ਨ ਹੋਊਗੀ ਜਿਹੜੀ ਇਸਲਾਮਿਕ ਲਾਅ, ਇਸਲਾਮਿਕ ਜਿਹੜੀ ਥਿਓਰੈਟੀਕਲੀ ਵੈਲਿਊ ਹੈਗੀ ਹੈ ਉਹਦੇ ਅਕੋਰਡਿੰਗਲੀ ਟੈਕਸ ਕਲੈਕਟ ਕਰੂਗੀ। ਉਹ ਇੱਕ ਐਕਸੈਪਸ਼ਨ ਕੌਣ ਹੈ? ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ ਤੁਗਲਕ ਇਸ ਰੇਸ਼ੋ 'ਚ ਕਲੈਕਟ ਕਰਦਾ ਹੈ, ਬਾਕੀ ਸਾਰੇ ਸੁਲਤਾਨ ਇਸ ਰੇਸ਼ੋ 'ਚ ਕਲੈਕਟ ਕਰਦੇ ਆ। ਠੀਕ ਹੈ ਜੀ। ਅੱਗੇ ਹੈ ਖਰਾਜ। ਇਹ ਖਰਾਜ ਮੇਨ ਹੈ ਲੈਂਡ ਟੈਕਸ ਜਾਂ ਲੈਂਡ ਰੈਵਨਿਊ। ਦਿਸ ਵਾਸ ਦੀ ਮੇਨ ਟੈਕਸ ਜਿਹੜਾ ਹਜੇ ਆਪਾਂ ਡਿਸਕਸ ਕੀਤਾ, ਉਹ ਖਰਾਜ ਦੇ ਨਾਮ ਤੇ ਇਹ ਕਲੈਕਟ ਕੀਤਾ ਜਾਂਦਾ ਸੀਗਾ। ਜਿਹੜੇ ਲਾਈਕ ਲੈਂਡ, ਹੁਣ ਸੈਲਫ ਐਕਸਪਲੇਨੇਟਰੀ ਹੈ ਕਿ ਜਿਹੜੇ ਐਗਰੀਕਲਚਰ ਕਰਦੇ ਸੀਗੇ ਉਹਨਾਂ ਨੇ ਟੈਕਸ ਦੇਣਾ ਹੁੰਦਾ ਸੀਗਾ। ਜਜ਼ੀਆ, this was the poll tax or the protection tax to be paid only by non-Muslims, to be paid only by non-Muslims in lieu of protection of their life and property. ਉਹਨਾਂ ਦੀ ਲਾਈਕ ਯੂ ਆਰ ਲਿਵਿੰਗ ਅੰਡਰ ਅ ਮੁਸਲਿਮ ਮਨਾਰਕ, ਯੂ ਆਰ ਲਿਵਿੰਗ ਅੰਡਰ ਦੀ ਮੁਸਲਿਮ ਰੂਲ, ਤੁਹਾਨੂੰ ਲਾਈਕ ਤੁਹਾਡੀ ਲਾਈਫ ਪ੍ਰੋਟੈਕਟ ਕੀਤੀ ਜਾ ਰਹੀ ਹੈ, ਤੁਹਾਡੀ ਪ੍ਰੋਪਰਟੀ ਪ੍ਰੋਟੈਕਟ ਕੀਤੀ ਜਾ ਰਹੀ ਹੈ, ਤੁਹਾਨੂੰ ਡਿਸਪੋਜੈਸ ਨਹੀਂ ਕੀਤਾ ਜਾ ਰਿਹਾ, ਤਾਂ ਮਤਲਬ ਦਿਸ ਵਾਸ ਦੀ ਜਸਟੀਫਿਕੇਸ਼ਨ ਦੈਟ ਵਾਸ ਗਿਵਨ ਫॉर ਦੀ ਕਲੈਕਸ਼ਨ ਆਫ ਜਜ਼ੀਆ। ਮਤਲਬ ਇਸਲਾਮਿਕ ਇੰਜੰਕਸ਼ਨ ਹੀ ਸੀਗੀ ਉਹ। ਜਿਵੇਂ ਸਟਾਰਟਿੰਗ 'ਚ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀਗੀ ਕਿ ਕੁਛ ਰਿਲੀਜੀਅਸ ਸਕੋਲਰਸ ਵਗੈਰਾ ਇਲਤਮਿਸ਼ ਕੋਲੇ ਆਉਂਦੇ ਆ ਅਤੇ ਉਹਨੂੰ ਕਹਿੰਦੇ ਆ ਤੂੰ ਮਤਲਬ ਇਸਲਾਮਿਕ ਲਾਅ ਕਿਉਂ ਨਹੀਂ ਫੋਲੋ ਕਰ ਰਿਹਾ, ਤੂੰ ਹਿੰਦੂਸ ਨੂੰ ਮਤਲਬ ਨੌਨ ਮੁਸਲਿਮਸ ਨੂੰ ਇਹ ਆਪਸ਼ਨ ਦੇ, ਜਾਂ ਤਾਂ ਇਸਲਾਮ ਕਬੂਲ ਕਰਨ ਜਾਂ ਉਹਨਾਂ ਨੂੰ ਮਾਰ ਦਿੱਤਾ ਜਾਊਗਾ। ਜਦੋਂ ਇਲਤਮਿਸ਼ ਨੇ ਉਹਨਾਂ ਨੂੰ ਭਜਾਤਾ ਸੀਗਾ ਵੀ ਘਰੇ ਜਾਓ, ਕੀ ਬਕਵਾਸ ਕਰੀ ਜਾਂਦੇ ਹੋ। ਤਾਂ ਮਤਲਬ ਇਹ ਇੱਕ ਪ੍ਰੋਵੀਜ਼ਨ ਹੈ ਲਾਅ 'ਚ ਹੀ, ਮਤਲਬ ਇਟਸ ਨੋਟ ਕਿ ਜਾਂ ਤਾਂ ਆਈਦਰ ਕਬੂਲ ਇਸਲਾਮ ਔਰ ਲਾਈਕ ਯੂ ਵਿਲ ਬੀ ਕਿਲਡ, ਐਸਾ ਨਹੀਂ ਹੈ। ਮਤਲਬ ਇਸਲਾਮਿਕ ਲਾਅ 'ਚ ਇਸ ਪ੍ਰੋਵੀਜ਼ਨ ਹੈ ਕਿ ਜੇ ਕੋਈ ਜਜ਼ੀਆ ਦੇ ਰਿਹਾ, ਜਜ਼ੀਆ ਦੇਣ ਤੋਂ ਬਾਅਦ ਇਹ ਤੁਸੀਂ ਫਰੇਜ਼ ਯਾਦ ਰੱਖਣਾ ਹੈ, ਜ਼ਿੰਮੀ ਸਟੇਟਸ ਮਿਲ ਜਾਂਦਾ ਹੈ। ਜ਼ਿੰਮੀ ਸਟੇਟਸ ਕੀ ਹੁੰਦਾ ਹੈ? ਦਿਸ ਇਜ਼ ਦੀ ਸਟੇਟਸ ਆਫ ਪ੍ਰੋਟੈਕਟਡ ਪੀਪਲ। ਜਿਹੜੇ ਜਜ਼ੀਆ ਦਿੰਦੇ ਆ ਉਹਨਾਂ ਨੂੰ ਜ਼ਿੰਮੀ ਸਟੇਟਸ ਮਿਲ ਗਿਆ। ਹੁਣ ਸਟੇਟ ਉਹਨਾਂ ਨੂੰ ਪ੍ਰੋਟੈਕਟ ਕਰੂਗੀ, ਉਹਨਾਂ ਦੀ ਲਾਈਫ ਨੂੰ ਪ੍ਰੋਟੈਕਟ ਕਰੂਗੀ, ਉਹਨਾਂ ਦੀ ਪ੍ਰੋਪਰਟੀ ਨੂੰ ਪ੍ਰੋਟੈਕਟ ਕਰੂਗੀ, ਤਾਂ ਜ਼ਿੰਮੀ ਸਟੇਟਸ ਮਿਲ ਜਾਂਦਾ। ਇਹ ਵੀ ਇਸਲਾਮਿਕ ਲਾਅ 'ਚ ਹੀ ਇਹਦਾ ਪਾਰਟ ਹੈ। ਤਾਂ ਹੀ ਇਲਤਮਿਸ਼ ਨੇ ਭਜਾਤੇ ਸੀਗੇ ਕਿੱਧਰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ, ਐਂਡ ਉਹਦੇ ਵਜ਼ੀਰ ਨੇ ਉਹਨਾਂ ਨੂੰ ਟੈਕਲ ਕੀਤਾ ਸੀਗਾ, ਜੁਨੈਦੀ ਨੇ। ਸੋ ਜਜ਼ੀਆ ਹੁਣ ਤੁਹਾਨੂੰ ਪਤਾ ਹੈ ਜੋ ਆਪਾਂ ਨੂੰ ਐਗਜ਼ਾਮ 'ਚ ਕੁਐਸਚਨ ਆ ਸਕਦਾ ਹੈ। ਜ਼ਕਾਤ, ਨੋ ਦਿਸ ਵਾਸ ਦੀ ਰਿਲੀਜੀਅਸ ਡਿਊਟੀ ਆਫ ਐਵਰੀ ਮੁਸਲਿਮ। ਇਹ ਸਿਰਫ ਮੁਸਲਿਮਸ ਨੇ ਦੇਣਾ ਹੁੰਦਾ ਸੀਗਾ। Only Muslims were supposed to pay zakat, and basically it was the tax for charity. एक कलेक्ट ਤਾਂ state ਕਰਦੀ ਸੀਗੀ, but state ਇਹਨੂੰ state ਵਾਲੇ purposes ਲਈ ਇਸਤੇਮਾਲ ਨਹੀਂ ਕਰ ਸਕਦੀ ਸੀ। ਐਂਡ ਇਹ ਜ਼ਕਾਤ ਕਲੈਕਟ ਕੀਤਾ ਐਂਡ ਨੇਬਰਿੰਗ ਕਿੰਗਡਮ ਤੇ ਅਟੈਕ ਕਰਤਾ। ਜ਼ਕਾਤ ਕਲੈਕਟ ਕੀਤਾ, ਆਪਣੇ ਲਈ ਮਹਿਲ ਬਣਾ ਲਿਆ। ਨਹੀਂ, ਇਹ ਜਿਹੜਾ ਜ਼ਕਾਤ ਦੀ ਕਲੈਕਸ਼ਨ ਸੀ, ਕਿਉਂਕਿ ਮੁਸਲਿਮਸ ਤੋਂ ਇਹ ਕਹਿ ਕੇ ਲਿੱਤਾ ਜਾਂਦਾ ਸੀਗਾ ਕਿ ਇਹ ਤੁਹਾਡੀ ਰਿਲੀਜੀਅਸ ਡਿਊਟੀ ਹੈ, ਤੁਸੀਂ ਚੈਰਿਟੀ ਕਰਨੀ ਹੁੰਦੀ ਹੈ, ਇਸ ਕਰਕੇ ਇਹਨੂੰ ਇੱਕ ਸੈਪਰੇਟ ਫੰਡ 'ਚ ਰੱਖਿਆ ਜਾਂਦਾ ਸੀਗਾ। ਇਹਨੂੰ ਸਟੇਟ ਟ੍ਰੈਜਰੀ ਦਾ ਹਿੱਸਾ ਹੀ ਨਹੀਂ ਮੰਨਿਆ ਜਾਂਦਾ ਸੀ। ਇਟ ਵਾਸ ਕੈਪਟ ਇਨ ਅ ਸੈਪਰੇਟ ਫੰਡ, ਐਂਡ ਉਹ ਜਿਹੜਾ ਸੈਪਰੇਟ ਫੰਡ ਹੈ ਉਹ ਦੇ ਦਿੱਤਾ ਜਾਂਦਾ ਸੀਗਾ ਸਦਰ ਉਸ ਸਦਰ ਨੂੰ। ਉਹ ਦੇ ਦਿੱਤਾ ਜਾਂਦਾ ਸੀ ਸਦਰ ਉਸ ਸਦਰ ਨੂੰ। ਸਦਰ ਉਸ ਸਦਰ ਕੌਣ ਹੈ? ਹੈਡ ਆਫ ਦੀ ਰਿਲੀਜੀਅਸ ਡਿਪਾਰਟਮੈਂਟ। ਉਹ ਚੈਰਿਟੀਜ਼ ਵਗੈਰਾ ਕਰਦਾ ਸੀਗਾ, ਕਿਸੇ ਦੀ ਪੜ੍ਹਾਈ ਸਪੋਂਸਰ ਕਰ ਦਿੰਦਾ ਸੀ, ਕਿਸੇ ਦੇ ਮੈਡੀਕਲ ਐਕਸਪੈਂਸਿਸ ਸਪੋਂਸਰ ਕਰ ਦਿੰਦਾ ਸੀਗਾ, ਕਿਸੇ ਦਾ ਖਾਣਾ ਸਪੋਂਸਰ ਕਰ ਦਿੰਦਾ ਸੀਗਾ। ਕਿਹੜੇ ਫੰਡ ਨਾਲ? ਆ ਜਿਹੜਾ ਇੱਥੋਂ ਜ਼ਕਾਤ ਦੀ ਫਾਰਮ 'ਚ ਕਲੈਕਟ ਹੁੰਦਾ ਸੀਗਾ। ਸੋ ਦਿਸ ਫੰਡ ਵਾਜ਼ ਨਾਟ ਪਾਰਟ ਆਫ ਦੀ ਸਟੇਟ ਟ੍ਰੈਜਰੀ, ਅਨਲਾਈਕ ਉੱਪਰ ਵਾਲੇ ਤਿੰਨ।
तो ये काइंड ऑफ रिलीजियस ड्यूटी या रिलीजियस टैक्स करके लिता जाता सीगा मुस्लिम्स तो। सो ये मेन टैक्सिस है ਜਿਹੜੇ दिल्ली सल्तनत च लगते ਸੀਗੇ। फिर कुछ एडिशनल टैक्सिस वगैरह भी है ਜਿਹੜੇ ਆਪਾਂ आइसोलेटेड एग्जाम्पल्स वगैरह ਕੀਤੇ, ਜਿਵੇਂ ਗੜੀ ਤੇ ਚਰੀ टैक्सिस इंट्रोड्यूस किए सी किने अलाउद्दीन खलजी ने। गड़ी दी टैक्स ऑन गढ़ ते मतलब ਜਿਹੜਾ घर ते टैक्स है, हाउस टैक्स है। चरी पैस्चर्स ते चरान ते मतलब चरी ਤਾਂ ਪੈਸਚਰਸ ਦੇ ਉੱਤੇ ਜਿਹੜਾ ਟੈਕਸ ਹੈ ਦੈਟ ਇਜ਼ ਚਰੀ। ਫਿਰ ਟ੍ਰੇਡ ਰੂਟ ਤੇ ਵੀ ਕਸਟਮਸ ਡਿਊਟੀ ਲੱਗਦੀ ਹੁੰਦੀ ਸੀਗੀ, ਬਟ ਉਹਨਾਂ ਦੀ ਵੈਲਿਊ ਇੰਨੀ ਜ਼ਿਆਦਾ ਨਹੀਂ ਹੈਗੀ। ਮਤਲਬ ਮੇਨ ਜਿਹੜੀ ਸਟੇਟ ਨੂੰ ਰੈਵਨਿਊ ਹੁੰਦੀ ਸੀ, ਸਟੇਟ ਨੂੰ ਜਿਹੜੀ ਇਨਕਮ ਹੁੰਦੀ ਸੀ ਜਾਂ ਤਾਂ ਖਰਾਜ ਚੋਂ ਹੁੰਦੀ ਸੀਗੀ ਜਾਂ ਖਮਸ ਤੋਂ ਹੁੰਦੀ ਸੀਗੀ। ਐਜ਼ ਫਾਰ ਐਜ਼ ਜਜ਼ੀਆ ਵਾਸ ਕੰਸਰਨਡ, ਇਹਨੂੰ ਵੀ ਐਜ਼ ਅ ਸੈਪਰੇਟ ਟੈਕਸ ਨਹੀਂ ਲਿੱਤਾ ਜਾਂਦਾ ਸੀਗਾ ਕਿ 33% ਤਾਂ ਤੁਸੀਂ ਟੈਕਸ ਦੇਤਾ ਹੈ, ਹੁਣ ਤੁਸੀਂ ਐਡੀਸ਼ਨਲ ਟੈਕਸ ਦਿਓ ਜਜ਼ੀਆ, ਇੱਦਾਂ ਨਹੀਂ ਹੈਗਾ। मतलब खराज 25% ਦੇ ਨੇੜੇ ਤੇੜੇ ਹੁੰਦਾ ਸੀਗਾ, 10% ਇਹ ਹੋ ਗਿਆ ਤਾਂ ਮੋਟਾ ਜਾਂ ਮਿਲਾ ਕੇ ਉਹ 33% ਕਰ ਲੈਂਦੇ ਸੀਗੇ। ਪੀਪਲ ਵਰ ਨਾਟ ਸਪੋਜ਼ ਟੂ ਪੇ ਜਜ਼ੀਆ ਐਜ਼ ਅ ਸੈਪਰੇਟ ਟੈਕਸ, ਇਟ ਵਾਸ ਕੰਸੀਡਰਡ ਪਾਰਟ ਆਫ ਖਰਾਜ ਓਨਲੀ। ਪ੍ਰੈਕਟੀਕਲੀ ਸਪੀਕਿੰਗ ਮਤਲਬ ਥਿਓਰੈਟੀਕਲੀ ਸਪੀਕਿੰਗ ਤਾਂ 4 ਡਿਫਰੈਂਟ ਟੈਕਸ ਹੈ, ਖਰਾਜ ਡਿਫਰੈਂਟ ਹੈ, ਜਜ਼ੀਆ ਡਿਫਰੈਂਟ ਹੈ, ਬਟ ਪ੍ਰੈਕਟੀਕਲੀ ਸਟੇਟ ਕਹਿੰਦੀ ਸੀ ਕਿ ਬਸ ਤੁਸੀਂ 33% ਦੇ ਦਿਓ, ਅਸੀਂ ਆਪੇ ਦੇਖ ਲਾਂਗੇ ਕਿ ਇਹ ਖਮਜ਼ ਹੈ ਕਿ ਖਰਾਜ ਹੈ ਕਿ ਜਜ਼ੀਆ ਹੈ। So people were supposed to pay 33% or 50% as the case may be, but एक सुल्तान सी जिन्हें जजिया एज अ सेपरेट टैक्स इंपोज किया। ਕਿਹੜਾ ਸੁਲਤਾਨ ਹੋ ਸਕਦਾ ਹੈ? ਹੁਣ ਤੱਕ ਦੀ ਡਿਸਕਸ਼ਨ ਦੇ ਬੇਸਿਸ ਤੇ ਤੁਹਾਨੂੰ ਪਤਾ ਹੈ ਫਿਰੋਜ਼ ਤੁਗਲਕ। ਫਿਰੋਜ਼ ਨੇ ਐਗਜ਼ੈਕਟਲੀ ਜਿਵੇਂ ਸ਼ਰਾ ਕਹਿੰਦੀ ਹੈ, ਐਗਜ਼ੈਕਟਲੀ ਜਿਵੇਂ ਇਸਲਾਮਿਕ ਕਾਨੂੰਨ ਕਹਿੰਦਾ ਉਵੇਂ ਉਹਨੇ ਟੈਕਸਿਸ ਲਿੱਤੇ ਹੈ ਵੀ ਖਰਾਜ ਵੱਖਰਾ ਅਸੀਂ ਵੱਖਰਾ ਲਵਾਂਗੇ, ਜਜ਼ੀਆ ਵੱਖਰਾ ਅਸੀਂ ਵੱਖਰਾ ਲਵਾਂਗੇ। ਕੁਰਾਨ ਤਾਂ ਨਹੀਂ ਕਹਿੰਦੀ ਕਿ ਬ੍ਰਾਹਮਿਨਸ ਨੂੰ ਜਜ਼ੀਆ ਮਾਫ ਕੀਤਾ ਜਾਵੇ। ਲਾਈਕ ਬਾਕੀ ਸੁਲਤਾਨਸ ਥੋੜ੍ਹਾ ਜਿਹਾ ਬ੍ਰਾਹਮਿਨਸ ਨੂੰ ਐਗਜ਼ੈਂਪਟਡ ਰੇਟ ਤੇ ਦਿੰਦੇ ਸੀਗੇ, ਮਤਲਬ ਉਹਨਾਂ ਤੋਂ ਐਗਜ਼ੈਂਪਟਡ ਰੇਟ ਤੇ ਟੈਕਸ ਕਲੈਕਟ ਕਰਦੇ ਸੀਗੇ, ਉਹਨਾਂ ਤੋਂ ਜਜ਼ੀਆ ਨਹੀਂ ਲੈਂਦੇ ਸੀਗੇ, ਮਤਲਬ ਦੇ ਵਰ ਐਲੀਟਸ ਆਫ ਦੀ ਸੋਸਾਇਟੀ। ਫਿਰੋਜ਼ ਤੁਗਲਕ ਕਹਿੰਦਾ ਮੈਂ ਤਾਂ ਬ੍ਰਾਹਮਿਨਸ ਤੋਂ ਵੀ ਲਊਂਗਾ, ਤਾਂ ਉਹਨੇ ਬ੍ਰਾਹਮਿਨਸ ਤੋਂ ਵੀ ਜਜ਼ੀਆ ਲਿੱਤਾ। ਇਹ ਫੈਕਟ ਹੈ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ, ਐਂਡ ਉਹਨੇ ਜਜ਼ੀਆ ਦਾ ਸੈਪਰੇਟ ਟੈਕਸ ਵੀ ਕਲੈਕਟ ਕੀਤਾ। ਠੀਕ ਹੈ ਜੀ, ਤੇ ਹੋ ਗਿਆ ਟੈਕਸੇਸ਼ਨ ਦਾ ਹਿਸਾਬ ਕਿਤਾਬ। ਫਿਰ ਆਪਾਂ ਆਉਂਦੇ ਹਾਂ ਕੋਆਇਨੇਜ ਤੇ। ਕੋਆਇਨੇਜ ਦੀ ਖੈਰ ਆਪਾਂ ਡਿਸਕਸ਼ਨ ਪਹਿਲਾਂ ਕਰ ਚੁੱਕੇ ਹਾਂ, ਬਟ ਇੱਥੇ ਮੈਂ ਸਮਰਾਈਜ਼ ਕਰਨਾ ਚਾਹੁੰਦਾ। ਤਿੰਨ ਬੇਸਿਕ ਟਰਾਈ ਮੈਟੈਲਿਕ ਕਰੰਸੀ ਸੀਗੀ ਦਿੱਲੀ ਸਲਤਨਤ 'ਚ। ਤਿੰਨ ਬੇਸਿਕ ਕੋਇਨਸ, ਗੋਲਡ ਟੰਕਾ, ਸਿਲਵਰ ਟੰਕਾ ਐਂਡ ਕਾਪਰ ਜਿੱਤਲ। ਇਹ ਬੇਸਿਕ ਕੋਇਨੇਜ ਸੀਗੀ ਦਿੱਲੀ ਸਲਤਨਤ ਦੇ, ਜਿਹਦੀ ਫਾਊਂਡੇਸ਼ਨ ਰੱਖੀ ਹੈ ਇਲਤਮਿਸ਼ ਨੇ। 1 gold tanka was equal to 10 silver tankas. 1 silver tanka was equal to 48 copper jittal. 10 silver tanka would be equal to 480 copper jittal. ਤਾਂ ਇਹ ਰੇਸ਼ੋ ਯੂਜੂਲੀ ਰੱਖੀ ਜਾਂਦੀ ਸੀ। ਡੈਕਨ ਇੰਡੀਆ 'ਚ ਜਦੋਂ ਐਕਸਪੈਂਸ਼ਨ ਹੋਈ ਉਦੋਂ ਇਹ ਰੇਸ਼ੋ ਮਤਲਬ 500 ਹੋ ਗਈ ਸੀਗੀ। ਨਾਰਥ ਇੰਡੀਆ ਲਈ 480 ਹੈ, ਸਾਊਥ ਇੰਡੀਆ ਲਈ ਇਹ ਸੀਗੀ। ਮੋਸਟਲੀ ਥਰੂ ਆਊਟ ਦੀ ਸਲਤਨਤ ਸੇਮ ਆਹ ਚੱਲੀ ਹੈ, ਰੇਸ਼ੋ ਚੱਲੀ ਹੈ। ਇਸ 'ਚ 2 ਇਨੋਵੇਸ਼ਨਸ ਹੋਈਆਂ, ਮਤਲਬ 2 ਚੇਂਜਿਸ ਥੋੜ੍ਹੀਆਂ ਜਿਹੀਆਂ ਇੰਟਰੋਡਿਊਸ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਤਾਂ ਸੀਗੀ, ਤੁਸੀਂ ਆਲਰੇਡੀ ਸਟੱਡੀ ਕੀਤੀ ਹੈ, ਮੁਹੰਮਦ ਬਿਨ ਤੁਗਲਕ ਟੋਕਨ ਕਰੰਸੀ ਇੰਟਰੋਡਿਊਸ ਕਰਤਾ ਹੈ, ਬਟ ਦ ਐਕਸਪੈਰੀਮੈਂਟ ਐਂਡਡ ਇਨ ਅ ਫੇਲਿਅਰ। ਦੂਸਰਾ, ਫਿਰੋਜ਼ ਤੁਗਲਕ ਦੇ ਟਾਈਮ ਤੇ, ਫਿਰੋਜ਼ ਸ਼ਾਹ ਤੁਗਲਕ, ਜ਼ਰੂਰਤ ਪੈਂਦੀ ਹੈ ਛੋਟੀ ਕਰੰਸੀ ਦੀ, ਛੋਟੀ ਡਿਨੋਮੀਨੇਸ਼ਨ ਦੇ ਕੋਇਨਸ ਦੇ। ਕਾਪਰ ਲਾਈਕ ਜਿੱਤਲ ਵੀ ਕਹਿੰਦੇ ਕਿ ਜ਼ਿਆਦਾ ਹੈ, ਤਾਂ 2 ਕੋਇਨਸ ਇੰਟਰੋਡਿਊਸ ਕੀਤੇ ਜਾਂਦੇ ਆ, ਇੱਕ ਅੱਧਾ ਤੇ ਇੱਕ ਪਿਕ। ਅੱਧਾ ਅਤੇ ਪਿਕ। ਅੱਧਾ ਦਾ ਨਾਮ ਤੋਂ ਹੀ ਕਲੀਅਰ ਹੈ, ਹਾਫ ਆਫ ਜਿੱਤਲ, 0.5 ਜਿੱਤਲ ਹੋ ਗਿਆ। ਪਿਕ ਵਾਸ 0.25 ਜਿੱਤਲ, 1/4 ਆਫ ਜਿੱਤਲ। ਤਾਂ ਇਹ ਬਸ ਲਾਈਕ ਇੱਕ ਇਹ ਇਨੋਵੇਸ਼ਨ ਆਈ ਹੈ। ਠੀਕ ਹੈ ਜੀ, ਬਾਕੀ ਇਹ ਸੇਮ ਕਰੰਸੀ ਜਿਹੜੀ ਇਲਤਮਿਸ਼ ਨੇ ਸਟਾਰਟ ਕੀਤੀ ਸੀ ਥਰੂ ਆਊਟ ਸਲਤਨਤ ਕੰਟੀਨਿਊ ਕਰਦੀ ਹੈ। ਨੈਕਸਟ ਆਪਾਂ ਆਈਏ, ਮਤਲਬ ਐਸ ਫਾਰ ਐਜ਼ ਮਤਲਬ ਇਹ ਆਪਣਾ ਐਡਮਿਨਿਸਟ੍ਰੇਸ਼ਨ ਵਾਲਾ ਪਾਰਟ ਇੱਥੇ ਕੰਪਲੀਟ ਹੁੰਦਾ। ਇੱਕ ਬੱਚੇ ਪੁਆਇੰਟ ਰਹਿ ਗਿਆ ਸੀਗਾ, ਮਤਲਬ ਮੈਂ ਉਦੋਂ ਦੱਸਣਾ ਭੁੱਲ ਗਿਆ। ਇੱਕ ਆਪਾਂ ਕੀਤਾ, ਅਲਾਉਦੀਨ ਖਲਜੀ ਨੇ ਲੈਂਡ ਮੈਜਰਮੈਂਟ ਇੰਟਰੋਡਿਊਸ ਕਰਵਾਈ ਸੀਗੀ, ਐਂਡ ਉਹਨੇ ਯੂਨਿਟ ਕੀ ਇੰਟਰੋਡਿਊਸ ਕੀਤਾ ਸੀਗਾ, ਬਿਸਵਾ। Biswa as a unit of measurement was introduced by Alauddin Khalji for measurement of land.
फिर अगे मुहम्मद बिन तुगलक ने भी करवाई, फिरोज तुगलक ने भी करवाई, उन्होंने भी सेम ही कंटिन्यू किया। उस तो बाद मैं तुहानूं दस्सिया सिकंदर लोधी ने भी टू अ सर्टन एक्सटेंट लैंड मेजरमेंट करवाउण दी कोशिश की सीगी। उस केस च सिकंदर लोधी इंट्रोड्यूस करता है गज ए सिकंदरी। गज आप कहते ना 2 गज जमीन 4 गज जमीन किन्ने गज का प्लॉट है, एक गज जड़ा सीगा गज ए सिकंदरी was introduced by सिकंदर लोधी as a unit of measurement। इससे गजे सिकंदरी नू later on अकबर दे टाइम ते improve किया जाऊगा, थोड़ा जे चेंजेस किए जाएंगे, गजे सिकंदरी बन जाऊगा गज ए इलाही, बट वो अकबर दे टाइम ते होऊगा, टोडरमल करूगा। फिलहाल सिकंदर लोधी ने गज ए सिकंदरी इंट्रोड्यूस किया। ठीक है जी, ये अपने तुसी फैक्ट्स रखने हैं ध्यान फ्रॉम द पॉइंट ऑफ व्यू ऑफ दिल्ली सल्तनत। वेरी इंपॉर्टेंट टॉपिक, तुहानूं इस चों क्वेश्चंस बनते हैं। कोई भी कॉम्पीटिटिव एग्जाम होवे, PCS होवे या नैब तहसीलदार होवे, पटवारी वाला पेपर होवे, सारिਆਂ ਲਈ ਇਹ लाइक इंपॉर्टेंट है। क्लीयर है जी। हुण आपां करांगे आर्ट एंड आर्कीटैक्चर ड्यूरिंग दिल्ली सल्तनत वाला पीरियड। ड्यूरिंग दिल्ली सल्तनत वाला पीरियड आर्ट एंड आर्कीटैक्चर से 2 चीज़ां इंपॉर्टेंट है, आप 1 बाय 1 देखेंगे। पहला तो आर्कीटैक्चर वाला पोर्शन, फिर लिटरेचर वाला पोर्शन काफ़ी इंपॉर्टेंट है भी आ बुक किने लिखी वो बुक किने लिखी, आप 1 बाय 1 देखते हैं। आर्कीटैक्चर की मैं पहला गल करा, मुस्लिम्स दे आउण नाल कुछ न्यू टेक्नीक्स इंट्रोड्यूस हुई इंडियन आर्कीटैक्चर च। अपना जिहड़ा पहला वाला टैंपल आर्कीटैक्चर है वो थोड़ा जा लाइक देखने च डिफरेंट स्टाइल ऑफ आर्कीटैक्चर है। हुण इस्लामिक आर्कीटैक्चर विच इन्वॉल्व कंस्ट्रक्शन ऑफ मॉस्क, टूम्स या पैलेसिस वगैरह, वो थोड़ा जा डिफरेंट फॉर्म ऑफ आर्कीटैक्चर है। विजिबली द 2 फॉर्म्स ऑफ आर्कीटैक्चर आर डिफरेंट। विजिबल बेसिस ते मैं एक डिस्टिंक्शन इंट्रोड्यूस करना चाहना है। पहला वाला जिहड़ा आर्कीटैक्चरल फॉर्म है उन्होंने क्या जाता है ट्रेबिएट आर्कीटेक्चर। इट वॉज फॉलोड बाय आर्कुएट आर्कीटेक्चर। पुराना जड़ा हिंदू स्टाइल सीगा एंड ये जड़ा इस्लामिक स्टाइल सी। प्राइमरी जस्ट विजिबल बेसिस ते ये इदा कि यूज ऑफ पिलर्स, यूज ऑफ स्लैब्स किया जाता सीगा, यूज ऑफ पिलर्स एंड स्लैब्स। तो ਉਹਦੇ ਨਾਲ ਕੀ ਹੈ कि मतलब इदा रेक्टेंगुलर हॉल्स बनाते, इधर पिलर लाता इधर पिलर लाता उत्ते स्लैब लाती, तो मतलब बन गया एक स्ट्रक्चर। फिर होर वड्डा स्ट्रक्चर बनाना, वड्डा हॉल बनाना है, इधर एक होर पिलर लाता, ऊपर एक होर स्लैब रखती, वड्डा हॉल बन गया। होर वड्डा बनाना है, एक होर पिलर ला दो, उत्ते एक होर स्लैब ला दो। इस तरह जे मतलब दिस फॉर्म ऑफ आर्कीटैक्चर विच इन्वॉल्व यूज ऑफ पिलर्स एंड स्लैब्स, इनू आप ट्रेबिएट आर्कीटैक्चर कहते हैं। अपने टैंपल आर्कीटैक्चर च यूजली ये वाला स्टाइल इस्तेमाल किया जाता है। आर्कुएट आर्क गुलाई च हुण चीज़ां बननियां स्टार्ट हुई। इट इन्वॉल्व यूज ऑफ आर्च, वॉल्ट एंड डोम। आर्च, वॉल्ट एंड डोम। साइड तो हजे भी पिलर ही होंगे, बट हुण जो ऊपर छत पैनी है इंस्टेड ऑफ स्लैब आर्च पऊगी। हुण वेखण च जे मैं डोम भी बनाना इदा ही लाइक 2D च तो मैं इदा ही डायग्राम बनाऊंगा, जे वॉल्ट भी बनानी है 2D च मैं इदा ही डायग्राम बनाऊंगा, जे आर्च भी बनानी है तो 2D च मैं इदा ही डायग्राम बनाऊंगा। मतलब गुलाई च स्ट्रक्चर्स बनने स्टार्ट हो गए। मतलब आई एम नॉट गोइंग विद द एग्जैक्ट शेप, आर्च किसी भी फॉर्म की हो सकती है, इदा करके भी तो गलत हो गई। वो मतलब तुसी देखिया ही है फतेहपुर सिकरी, ताजमहल वगैरह उदां दी भी आर्च हो सकती है एंड मतलब प्रॉपर गुलाई च भी आर्च हो सकती है। इस की मतलब ये मेन विजिबली स्पीकिंग ये मेन चेंज आता है विद द कमिंग ऑफ मुस्लिम्स। इस्लामिक आर्कीटैक्चर दे आउण नाल ट्रेबिएट यूज ऑफ पिलर्स एंड स्लैब्स वाज रिप्लेस्ड बाय यूज ऑफ आर्च, वॉल्ट एंड डोम। इस ना एक लिमिटेशन सीगी, मतलब मैं तुहानूं दस्सिया कि आपां जे वड्डा स्ट्रक्चर बनाना है, इधर एक होर पिलर लावांगे तो उत्ते एक होर स्लैब पा दांगे, होर वड्डा स्ट्रक्चर बनाना है, एक होर पिलर लावांगे, स्लैब बना दांगे। बट अपने उहदे नाल की है कि बहुत सारे पिलर्स बन जाएंगे, अनअबस्ट्रक्टेड व्यू नहीं होगा। जे
ਹੁਣ ਤੁਸੀਂ ਕਹੋਗੇ ਕਿ ਇੰਨੀ ਵੱਡੀ ਸਲੈਬ ਕਿਉਂ ਨਹੀਂ ਲਾ ਦਿੰਦੇ ਕਿ ਇਹ ਪਿੱਲਰ ਜਿੱਦਾਂ ਤੁਸੀਂ ਵੱਡਾ ਹਾਲ ਬਣਾਉਣਾ ਬਣਾ ਲਓ, ਇੱਕ ਇੱਧਰ ਪਿੱਲਰ ਲਾਓ, ਇੱਕ ਇੱਧਰ ਪਿੱਲਰ ਲਾਓ, ਉੱਪਰ ਸਲੈਬ ਪਾ ਦਿਓ, ਮਤਲਬ ਸਟੋਨ ਸਲੈਬ ਰੱਖ ਦਿਓ। ਇੰਨੀ ਵੱਡੀ ਸਲੈਬ ਐਗਜ਼ਿਸਟ ਨਹੀਂ ਕਰਦੀ, ਉਹ ਟੁੱਟ ਜੂਗੀ ਵਿੱਚੋਂ। ਤਾਂ ਇਸ ਕਰਕੇ ਆਪਾਂ ਨੂੰ ਵਿੱਚ ਪਿੱਲਰ ਲਾਉਣੇ ਪੈਂਦੇ ਸੀਗੇ, which is not the case in case of arcuate design। ਹੁਣ ਆਪਾਂ ਲਾਈਕ ਆਪ ਜੀ ਸਿਵਲ ਇੰਜੀਨੀਅਰ ਵੀ ਹੈਗੇ ਆ ਤਾਂ ਤੁਹਾਨੂੰ ਦੱਸ ਸਕਦੇ ਆ, ਇਹਦੇ ਨਾਲ ਸਪੈਨ ਜਿਹੜਾ ਹੈਗਾ ਦੋ ਪਿੱਲਰਸ ਦੇ ਵਿੱਚ ਵਾਲੀ ਜਿਹੜੀ ਸਪੇਸ ਹੈਗੀ ਹੈ ਇਹ ਲਾਈਕ ਐਕਸਪੈਂਡ ਹੋ ਜਾਂਦੀ ਹੈ ਇਸ ਤਰ੍ਹਾਂ ਦਾ ਸਟਰਕਚਰ ਇਸਤੇਮਾਲ ਕਰਕੇ। ਚਲੋ ਆਪਾਂ ਬਾਲੀ ਇੰਜੀਨੀਅਰਿੰਗ 'ਚ ਨਹੀਂ ਜਾਣਾ, ਤੁਸੀਂ ਆਰਕੂਏਟ ਯਾਦ ਰੱਖਣਾ ਹੈ। ਫਿਰ ਹੋਰ ਕੀ ਚੇਂਜ ਆਇਆ? use of lime plaster as cementing material। ਪਹਿਲਾਂ ਆਪਾਂ ਕੀ ਕਰਦੇ ਸੀਗੇ ਕਿ ਬਸ ਸਟੋਨ ਦੇ ਉੱਪਰ ਸਟੋਨ ਰੱਖਤਾ, ਉਹਦੇ ਉੱਪਰ ਹੋਰ ਵੱਡਾ ਸਟੋਨ ਰੱਖਤਾ ਜਾਂ ਛੋਟਾ ਸਟੋਨ ਰੱਖਤਾ, ਮਤਲਬ ਇੱਕ ਦੂਸਰੇ ਦੇ ਉੱਪਰ ਸਟੋਨ ਰੱਖ ਕੇ ਜਾਂ ਸਿੰਗਲ ਸਟੋਨ ਹੀ ਐਡਾ ਵੱਡਾ ਰੱਖਤਾ, ਉਸ ਤਰ੍ਹਾਂ ਦੀ ਆਪਾਂ ਕੰਸਟਰਕਸ਼ਨ ਕਰਦੇ ਸੀ। ਕੋਈ ਸੀਮੈਂਟਿੰਗ ਮਟੀਰੀਅਲ ਨਹੀਂ ਸੀਗਾ। ਹੁਣ ਲਾਈਮ ਪਲਾਸਟਰ ਐਜ਼ ਅ ਸੀਮੈਂਟਿੰਗ ਮਟੀਰੀਅਲ ਆਪਾਂ ਯੂਜ਼ ਕਰਨਾ ਸਟਾਰਟ ਕਰਤਾ। ਹੋਰ ਕੀ ਚੇਂਜ ਆਉਂਦਾ ਹੈ? ਡੈਕੋਰੇਟਿਵ ਐਲੀਮੈਂਟਸ। ਪਹਿਲਾਂ ਆਪਾਂ ਹਿਊਮਨ ਫਿਗਰਸ ਦਾ ਇਸਤੇਮਾਲ ਕਰਦੇ ਸੀਗੇ ਐਜ਼ ਡੈਕੋਰੇਟਿਵ ਐਲੀਮੈਂਟਸ। ਹਿਊਮਨ ਫਿਗਰਸ, ਪਲਾਂਟਸ ਦਾ ਇਸਤੇਮਾਲ ਕਰਦੇ ਸੀ, ਐਨੀਮਲਸ ਦਾ ਇਸਤੇਮਾਲ ਕਰਦੇ ਸੀਗੇ। ਹਿਊਮਨ ਲਾਈਫ ਬਾਰੇ ਆਪਾਂ ਲਾਈਕ ਪੇਂਟਿੰਗਸ ਕਰਦੇ ਸੀ, ਸਟੋਰੀਜ਼ ਪੇਂਟ ਕਰਦੇ ਸੀਗੇ। ਇਸ ਤਰ੍ਹਾਂ ਡੈਕੋਰੇਟਿਵ ਐਲੀਮੈਂਟਸ ਦਾ ਇਸਤੇਮਾਲ ਕੀਤਾ ਜਾਂਦਾ ਸੀ। ਹੁਣ ਇਸਲਾਮ 'ਚ ਹਿਊਮਨ ਫਿਗਰਸ ਨੂੰ ਬਣਾਉਣਾ ਲਾਈਕ ਹਰਾਮ ਮੰਨਿਆ ਜਾਂਦਾ ਹੈ, ਸਹੀ ਨਹੀਂ ਮੰਨਿਆ ਜਾਂਦਾ। ਤਾਂ ਯੂਜ਼ ਆਫ ਜਿਓਮੈਟ੍ਰਿਕ ਡਿਜ਼ਾਈਨ, use of geometric design, use of leaves, ਉਹ ਮਤਲਬ ਜੜੀ ਬੂਟੀਆਂ ਜਿਹੀਆਂ ਆਪਾਂ ਬਣਾਤੀਆਂ, ਬੇਲ ਬਣਾਤੀ, ਐਂਡ ਕੈਲੀਗ੍ਰਾਫੀ। ਕੈਲੀਗ੍ਰਾਫੀ ਇਜ਼ the art of beautiful handwriting। ਕੁਰਾਨ ਦੀਆਂ ਵਰਸਿਸ ਨੂੰ, ਹੋਲੀ ਕੁਰਾਨ ਦੀਆਂ ਵਰਸਿਸ ਨੂੰ ਬਹੁਤ ਸੁੰਦਰ ਲਿਖਾਈ 'ਚ ਬਿਲਡਿੰਗਸ 'ਤੇ ਲਿਖ ਦਿੱਤਾ ਜਾਂਦਾ ਹੈ, ਦਰਵਾਜ਼ਿਆਂ 'ਤੇ ਲਿਖ ਦਿੱਤਾ ਜਾਂਦਾ, ਦੀਵਾਰਾਂ 'ਤੇ ਲਿਖ ਦਿੱਤਾ ਜਾਂਦਾ ਹੈ। ਦੈਟ ਇਜ਼ ਆਲਸੋ ਕੰਸੀਡਰਡ ਅ ਫਾਰਮ ਆਫ ਡੈਕੋਰੇਸ਼ਨ। ਜਿਵੇਂ ਜੇ ਤੁਸੀਂ ਤਾਜ ਮਹਿਲ ਵਗੈਰਾ ਵਿਜ਼ਿਟ ਕੀਤਾ ਹੋਇਆ ਤਾਂ ਬਹੁਤ ਬਿਊਟੀਫੁਲ ਸ਼ਾਨਦਾਰ ਕੈਲੀਗ੍ਰਾਫੀ ਕੀਤੀ ਹੋਈ ਹੈ, ਕੁਰਾਨਿਕ ਵਰਸਿਸ ਨੂੰ ਲਿਖਿਆ ਹੋਇਆ ਹੈ। ਬੁਲੰਦ ਦਰਵਾਜ਼ਾ ਫਤਿਹਪੁਰ ਸੀਕਰੀ ਗਏ ਹੋ, ਉੱਥੇ ਵੀ ਇੱਦਾਂ ਲਿਖਿਆ ਗਿਆ ਹੈ। ਜਾਂ ਜੇ ਤੁਸੀਂ ਅਲਾਈ ਦਰਵਾਜ਼ਾ ਦਿੱਲੀ 'ਚ ਗਏ ਹੋ, ਉੱਥੇ ਵੀ ਇਹ ਫਾਰਮ ਇਸਤੇਮਾਲ ਕੀਤੀ ਗਈ ਹੈ ਕੈਲੀਗ੍ਰਾਫੀ ਦੀ। ਆਰਟ ਆਫ ਬਿਊਟੀਫੁਲ ਹੈਂਡ ਰਾਈਟਿੰਗ। ਐਂਡ ਲਿਖਦੇ ਕੀ ਸੀ? ਕੁਰਾਨਿਕ ਵਰਸਿਸ ਨੂੰ, ਕੁਰਾਨ ਦੀਆਂ ਲਾਈਨਸ ਨੂੰ ਲਿਖਿਆ ਜਾਂਦਾ ਸੀ ਬਹੁਤ ਸੁੰਦਰ ਹੈਂਡ ਰਾਈਟਿੰਗ 'ਚ। ਸੋ ਦੀਜ਼ ਵਰ ਯੂਜ਼ਡ ਐਜ਼ ਡੈਕੋਰੇਟਿਵ ਐਲੀਮੈਂਟਸ। ਐਂਡ ਇਸ ਸਟਾਈਲ ਮਤਲਬ ਇਸ ਡੈਕੋਰੇਟਿਵ ਸਟਾਈਲ ਨੂੰ ਬੋਲਦੇ ਸੀ ਅਰਾਬੈਸਕ। एडिशनल जानकारी याद रहे तो ठीक है, बट लाइक आह इंपॉर्टेंट है। डेकोरेटिव एलिमेंट्स आप की इस्तेमाल करते थे। स्ट्रक्चर्स बेसिकली टूम्स, मॉस्क एंड पैलेसेस वगैरह तक कंस्ट्रक्ट होंगे थे, फोर्ट्स एंड पैलेसेस। मॉस्क बारे मतलब ਤੁਸੀਂ ਧਿਆਨ 'ਚ ਰੱਖਣਾ ਹੈ, ਜਿਹੜਾ ਮੌਸਕ ਫੇਸ ਕਿਹਨੂੰ ਕਰਦਾ ਹੈ? ਮੁਸਲਿਮਸ ਆਲਵੇਜ਼ ਪ੍ਰੇ ਫੇਸਿੰਗ ਟੂਵਰਡਸ ਮੱਕਾ। Muslims always pray facing towards Makkah। ਤਾਂ ਆਪਣੇ ਮੱਕਾ ਇੰਡੀਆ ਦੇ ਪੁਆਇੰਟ ਆਫ ਵਿਊ ਤੋਂ ਮੱਕਾ ਇਜ਼ ਇਨ ਦੀ ਵੈਸਟ। ਤਾਂ ਇੰਡੀਆ 'ਚ ਜਿਹੜੇ ਮੁਸਲਿਮਸ ਹੈਗੇ ਆ, ਮੁਸਲਿਮਸ ਦੇ ਪ੍ਰੇ ਫੇਸਿੰਗ ਟੂਵਰਡਸ ਵੈਸਟ। ਜੇ USA 'ਚ ਕਿਸੇ ਨੇ ਪ੍ਰੇ ਕਰਨਾ ਹੈ, ਯੂਰਪ 'ਚ ਕਿਸੇ ਨੇ ਪ੍ਰੇ ਕਰਨਾ ਹੈ, ਤਾਂ ਯੂਰਪ ਦੇ ਮੱਕਾ ਹੈਗਾ ਈਸਟ 'ਚ। ਤਾਂ ਯੂਰਪ 'ਚ ਮੁਸਲਿਮਸ ਵੁੱਡ ਪ੍ਰੇ ਫੇਸਿੰਗ ਈਸਟ, ਇੰਡੀਆ 'ਚ ਮੁਸਲਿਮਸ ਵੁੱਡ ਪ੍ਰੇ ਫੇਸਿੰਗ ਵੈਸਟ। ਤਾਂ ਇੰਡੀਆ 'ਚ ਜਿੰਨੀਆਂ ਵੀ ਮੌਸਕਸ ਵਗੈਰਾ ਬਣੀਆਂ, ਤਾਂ ਮੌਸਕ ਦੇ ਇੱਕ ਐਂਡ 'ਤੇ ਲਾਈਕ ਮਿਹਰਾਬ ਹੁੰਦੀ ਹੈ, ਜਿਹਨੂੰ ਲਾਈਕ ਫੇਸ ਕਰਕੇ ਆਪਾਂ, ਜਿਹਨੂੰ ਦੇਖ ਕੇ, ਜਿਹਦੇ ਵੱਲ ਮੂੰਹ ਕਰਕੇ ਆਪਾਂ ਵਰਸ਼ਿਪ ਕਰਨੀ ਹੁੰਦੀ ਹੈ। ਤਾਂ ਦਿਸ ਫੇਸਿਸ ਵੈਸਟ ਇਨ ਕੇਸ ਆਫ ਇੰਡੀਆ। ਈਸਟ ਤੋਂ ਇੱਥੋਂ ਐਂਟਰੀ ਕਰ ਲਓ ਜਾਂ ਇੱਧਰੋਂ ਐਂਟਰੀ ਕਰ ਲਓ ਜਾਂ ਇੱਧਰੋਂ ਐਂਟਰੀ ਕਰ ਲਓ, ਬਟ ਇਸ ਸਾਈਡ 'ਤੇ ਹੋਊਗੀ ਮਿਹਰਾਬ। ਸੋ ਦੀ ਪ੍ਰੇਅਰ ਇਜ਼ ਆਲਵੇਜ਼ ਇਨ ਦਿਸ ਡਾਇਰੈਕਸ਼ਨ। ਠੀਕ ਹੈ ਜੀ, ਤਾਂ ਇਹ ਛੋਟੀ ਗੱਲ ਤੁਸੀਂ ਧਿਆਨ 'ਚ ਰੱਖਣੀ ਹੈ। ਹੁਣ ਆਪਾਂ ਆਉਂਦੇ ਹਾਂ ਬਿਲਡਿੰਗਸ 'ਤੇ। ਸਭ ਤੋਂ ਪਹਿਲੀਆਂ ਜਿਹੜੀਆਂ ਬਿਲਡਿੰਗਸ ਬਣਦੀਆਂ ਉਹ ਸਲੇਵ ਡਾਇਨੈਸਟੀ ਦੇ ਟਾਈਮ 'ਤੇ, ਮਹਿਮੂਦ ਔਰ ਖਲਜੀ ਦੇ ਟਾਈਮ 'ਤੇ ਕੋਈ ਡਿਵੈਲਪਮੈਂਟ ਨਹੀਂ ਹੋਈ, ਗੌਰੀ ਦੇ ਟਾਈਮ 'ਤੇ ਕੋਈ ਖਾਸ ਡਿਵੈਲਪਮੈਂਟ ਨਹੀਂ ਹੋਈ। ਸਲੇਵ ਡਾਇਨੈਸਟੀ ਦੇ ਟਾਈਮ 'ਤੇ ਇਨਫੈਕਟ ਜਦੋਂ ਗੌਰੀ ਆਉਂਦਾ ਐਂਡ ਕੁਤੁਬਉਦੀਨ ਐਬਕ ਨੂੰ ਆਪਣਾ ਕਮਾਂਡਰ ਅਪਾਇੰਟ ਕਰਕੇ ਜਾਂਦਾ ਹੈ, ਉਸ ਟਾਈਮ 'ਤੇ ਕੰਸਟਰਕਸ਼ਨ ਐਕਟੀਵਿਟੀ ਸਟਾਰਟ ਹੁੰਦੀ ਹੈ।
अर्लीएस्ट जड़ियाँ मॉस्क्स बनदियाँ नॉर्थ इंडिया च कुव्वतुल इस्लाम मॉस्क, कुव्वतुल इस्लाम मॉस्क एंड 2.5 दिन का झोंपड़ा। कुतुबुद्दीन ऐबक 2 मॉस्क्स कंस्ट्रक्ट करवांदा है, कुव्वतुल इस्लाम मॉस्क द माइट ऑफ इस्लाम एंड 2.5 दिन का झोंपड़ा। 2.5 दिनां च तैयार होया गया झोंपड़ा। और 2.5 दिनां च किवें तैयार हो गया झोंपड़ा? क्योंकि मतलब ये जड़ियाँ पहलियां मॉस्क बनियां सीगियां ये कन्वर्टेड हिंदू टैंपल सीगे। हिंदू टैंपल्स नूं मॉस्क च कन्वर्ट किया गया सीगा। हिंदू टैंपल्स नूं डिस्ट्रॉय करके मॉस्क च कन्वर्ट कर दिता गया सी। क्योंकि हुण मतलब स्टार्टिंग सी हजे इन्वेडर्स आए सी, दिल्ली सल्तनत भी बनी नहीं। मैं 1190s च हजे 95 च बनी है, कुछ 97 98 च बनी है। हजे दिल्ली सल्तनत की फाउंडेशन भी नहीं रखी गई है। इन्वेडर्स आए है, उन्होंने नाल हो जाता तो है नहीं क्योंकि मिस्त्री भी आए हैं जड़े लाइक जिन्होंने आती है बनानी मॉस्क, जिन्होंने आर्च बनानी आती है, तो उन्होंने वही पुराने वाले जड़े टैंपल सीगे उन्होंने लाइक कन्वर्ट करते मॉस्क। कुव्वतुल इस्लाम मॉस्क 2.5 दिन का झोंपड़ा, ये हैगी है दिल्ली च एंड ये हैगी है अजमेर च। क्लियर है जी। फिर कुतुबुद्दीन ऐबक कंस्ट्रक्शन स्टार्ट करवाते हैं कुतुब मीनार दी। द कंस्ट्रक्शन ऑफ कुतुब मीनार वाज स्टार्टेड बाय कुतुबुद्दीन ऐबक। उन्हें आपदे नाम ते नहीं कुतुब मीनार बनाती, मतलब दो इट मे सीम कि उहदा राजे का नाम भी कुतुबुद्दीन ऐबक है, उन्हें आपदे नाम ते बनाती होनी है। इनफैक्ट मतलब इसका नाम कुतुबुद्दीन मतलब कुतुब मीनार भी बाद चो पिया। इट वाज नेम्ड कुतुब मीनार on the name of a Sufi saint, कुतुबुद्दीन बख्तियार काकी। कुतुबुद्दीन बख्तियार काकी एक चिश्ती सिलसिला दे एक सूफी सेंट सीगे। इस सूफी सेंट दे नाम ते मीनार दा नाम कुतुब मीनार रखा गया। इसकी कंस्ट्रक्शन स्टार्ट करवाई है कुतुबुद्दीन ऐबक ने, कंस्ट्रक्शन कंप्लीट करवाई है इल्तुतमिश ने। पहला नू मीनार शमसी, क्योंकि इल्तुतमिश ने कंस्ट्रक्शन कंप्लीट करवाई सी, मीनार शमसी भी कहा जाता है। हर मॉस्क च एक मीनार हुंदी है जिथे वो काजी बांग दिंदा है एंड लाइक लोग जड़े फेथफुल हुंदे जड़े मुस्लिम्स होंदे हैं उन्होंने प्रेयर ਲਈ बुलांदा है। 5 टाइम्स नमाज अदा करना वन ऑफ दी चीज़ां जड़ियां मुस्लिम्स ने फॉलो करनियां हुंदियां। हुण नमाज दा टाइम हो गया, इहदी बांग मीनार तो चढ़ के दित्ती जाती है। हुण जिहड़ी दिल्ली च कुव्वतुल इस्लाम मॉस्क बनाई सी, उस मॉस्क दी मीनार दे तौर ते कुतुब मीनार नूं कंस्ट्रक्ट किया गया सीगा। इट वाज अ मीनार ऑफ कुव्वतुल इस्लाम मॉस्क। ठीक है जी। पहला नाम सी इहदा मीनार शमसी। कुतुब ऐबक ने स्टार्ट करवाई, इन्हें खत्म करवाई। नैक्सट जिहड़ा हैगा फर्दर डिवेलपमेंट्स की हुई। फिरोज तुगलक दे टाइम ते दी मीनार वॉज स्ट्रक बाय अ लाइटनिंग एंड डिस्ट्रॉय हो गई सी। फिरोज तुगलक ने दी रिपेयर करवाई है। फिरोज शाह तुगलक ने कुतुब मीनार दी रिपेयर करवाई है। प्लस ही ऑल्सो एडेड 2 मोर स्टोरीज, मतलब 3 स्टोरीज टोटल 5 स्टोरी है। 3 स्टोरीज पहला इल्तुतमिश के टाइम ते बनिया सीगियां। इल्तुतमिश के टाइम दियाँ 2 एडिशनल स्टोरीज ऐड करवाइया फिरोज तुगलक ने एंड ये डिज़ाइन च भी चेंज आपां नूं पता चलता है। इल्तुतमिश ने ते कुतुबुद्दीन ऐबक ने पहला रेड सैंडस्टोन का इस्तेमाल किया सीगा, बट फिरोज तुगलक ने जड़ियाँ 2 स्टोरीज ऐड की यह वाइट मार्बल च की हैं। तो मतलब देख के ही पता चल जाता है कि ये किसी ने बाद चो करवाया, ये पुराना वाला है जिमें रेनोवेशन होंदी है घर की। तो रेड सैंडस्टोन चाहे वाइट मार्बल चाहे 72 मीटर्स अप्रोक्सीमेटली यदी हाइट है। अप्रोक्स दस रहे हम इंचा चलना चले जाना। सो दैट्स ऑल एज फार एज कुतुब मीनार। नहीं हजे भी एक फैक्ट है, सिकंदर लोधी ने भी यदी रिपेयर करवाई है।
सिकंदर लोधी ने भी ਇਹਦੀ ਰਿਪੇਅਰ ਕਰਵਾਈ ਹੈ। ਤਾਂ 3-4 ਸੁਲਤਾਨ ਹੋ ਗਏ ਜਿਹੜੇ ਐਸੋਸੀਏਟਡ ਹੈ ਕੁਤੁਬ ਮੀਨਾਰ ਨਾਲ। ਫਿਰ ਇਲਤਮਿਸ਼ ਨੇ ਹੀ ਅੱਗੇ ਆਪਾਂ ਹੋਰ ਬਿਲਡਿੰਗਸ ਅੱਗੇ ਕੰਟੀਨਿਊ ਕਰਦੇ ਹਾਂ। ਕੁਤੁਬਉਦੀਨ ਐਬਕ ਦੀਆਂ 3 ਹੋ ਗਈਆਂ, 2 ਮੌਸਕ ਹੋ ਗਈਆਂ, 1 ਕੁਤੁਬ ਮੀਨਾਰ ਹੋ ਗਈ। ਇਲਤਮਿਸ਼ ਦੀ 1 ਕੁਤੁਬ ਮੀਨਾਰ ਹੋ ਗਈ। एक है दिल्ली च रेजरवॉर कंस्ट्रक्ट करता है हौज ए शमसी। शमसुद्दीन इल्तमिश दा पूरा नाम सीगा। और मीनार ए शमसी भी मैं तुहानूं दस्सिआ इहदे नाम ते सीगी, मीनार ए शमसी, शमसुद्दीन इल्तमिश। हौज ए शमसी एक रेजरवॉयर कंस्ट्रक्ट करवांदा दिल्ली च। फिर इल्तमिश इज़ नोन एज फादर ऑफ टूम बिल्डिंग इन इंडिया। फादर ऑफ टूम बिल्डिंग इन इंडिया अपना टूम कंस्ट्रक्ट करवांदा है दिल्ली च, वो कुतुब मीनार वाले कंपलैक्स च ही सुल्तानगढ़ी। सुल्तानगढ़ी एक मतलब सैपरेट एरिया वो क्रिएट करवांदा है जिथे वो अपना टूम कंस्ट्रक्ट करवांदा है। एंड इल्तमिश इज़ नोन एज फादर ऑफ टूम बिल्डिंग इन इंडिया। इन्हें ट्रेडिशन स्टार्ट किया टूम्स बनाने का। नैक्सट हुण आपां आने बलबन दे टाइम दी सच कोई खास इन्नी इंपॉर्टेंट बिल्डिंग नहीं हैगी जिहड़ी आपां नूं एग्जाम पॉइंट ऑफ व्यू तो याद रखनी चाहिए है। नैक्सट जिहड़ा उधर बिल्डर आंदा है अलाउद्दीन खिलजी। इहदे टाइम ते कुछ इंपॉर्टेंट बिल्डिंग्स वगैरह बनती हैं। ही कंस्ट्रक्ट्स अलाई दरवाज़ा। मोस्ट इंपॉर्टेंट जी यदि बिल्डिंग तुसीं ध्यान रखनी है अलाई दरवाज़ा। कुवत्तुल इस्लाम मॉस्क सीगी, उससे मॉस्क दी मीनार बनी कुतुब मीनार। उससे ही मॉस्क दा एक गेटवे इन्हें कंस्ट्रक्ट करवाया सीगा, न्यू गेटवे कंस्ट्रक्ट करवाया सीगा। उस गेटवे नूं नाम दिता अलाई दरवाज़ा। मेड ऑफ रेड सैंडस्टोन एंड वाइट मार्बल। मेन जिहड़ा स्ट्रक्चर है रेड सैंडस्टोन का है, विच इंपैनलमेंट ऑफ वाइट मार्बल एंड येलो सैंडस्टोन किया होया। एंड इस बहुत लाइक ब्यूटीफुल हैंड राइटिंग च कैलीग्राफी की गई है। इंपॉर्टेंट क्यों है, याद क्यों रखना है? फर्स्ट एग्जाम्पल ऑफ ट्रू आर्च इन इंडिया। फर्स्ट एग्जाम्पल ऑफ ट्रू आर्च इन इंडिया। और मैं तुहानूं दस्सिआ कि जिहड़ी गुलाई च स्ट्रक्चर बन जाए तो इट्स एन आर्च। आर्च ब्रिज वगैरह भी होंगे, शेप के जिहड़े ब्रिज होंगे आर्च ब्रिज हो गए। बट ना इत्थे वर्ड यूज़ किया गया ट्रू। हुण अगेन थोड़ी जी इंजीनियरिंग इनवॉल्व है। फैक्ट था जे इन्ना फैक्ट याद रख लो मोर दैन सफिशिएंट है। इंजीनियरिंग ये है कि नॉट एवरी स्ट्रक्चर दैट लुक्स लाइक दिस इज़ एन आर्च। आर्च च एक साइंटिफिक प्रिंसीपल भी इनवॉल्व होंदा है। जिवें 2 तरह दी फोर्सिस होंदियां साइंस च, एक टेंसाइल फोर्सिस, एक कंप्रैसिव फोर्सिस। जो पुश करते हैं कंप्रैसिव फोर्सिस आती हैं, जो आप खिंचते हैं तो टेंसाइल फोर्सिस आती हैं। यूजली जिवें सिंपल आप लेंटर पाने हैं स्लैब की आप गल कर रहे सी, उत्थे टेंसाइल फोर्सिस भी होंदियां, कंप्रैसिव फोर्सिस भी होंदियां। एक ट्रू आर्च वो आर्च होंदी है जिस च सिर्फ कंप्रैसिव फोर्सिस एक्ट करती हैं, टेंसाइल फोर्सिस एक्ट नहीं करती। ये भाई ये इंजीनियरिंग की गल है, मतलब आई तो मैं दसती, मैनू पता सी। सो मतलब आपां एग्जाम पॉइंट ऑफ व्यू तो नहीं चाहिए, एग्जाम पॉइंट ऑफ व्यू तो आपां चाहिए ट्रू आर्च की फर्स्ट एग्जाम्पल की है अलाई दरवाज़ा। बट इत्थे भी थोड़ी जी कॉन्ट्रोवर्सी है। मैं तुहानूं बलबन की कोई बिल्डिंग नहीं करवाई, बलबन ने भी अपना टूम कंस्ट्रक्ट करवाया सीगा उस ही इलाके च जिथे कुतुब मीनार वगैरह है। ओदी आर्च नूं भी कुछ बुक्स च लिखा होया कि दैट वाज द एग्जाम्पल ऑफ फर्स्ट ट्रू आर्च इन इंडिया। बट ज़्यादा कॉमन आपां इहनूं मनदे हैं अलाई दरवाज़ा वाज द फर्स्ट एग्जाम्पल ऑफ ट्रू आर्च इन इंडिया। हुण जे मतलब मैनू इदां नहीं मैं एक्सपैक्ट करता कि दोनों ही ऑप्शनस च दिते होणगे। जे दिते होए तो तुसीं बलबन स्टूम कर देना, क्योंकि उस तो पहला सीगा। यूजली मतलब इदां दे जिन्ने भी मैं क्वेश्चनस एनकाउंटर किए हैं, दोनों चीज़ां ऑप्शन से नहीं दित्तियां होणगियां, या आ नहीं दिता होगा या ओ नहीं दिता होगा। बट जे दिता होया, जे इदां दी ऑप्शन आ जाती है कि बलबन टूम भी ऑप्शन च एंड अलाई दरवाज़ा भी ऑप्शन च, फिर तुसीं बलबन स्टूम मार्क कर देना। बट मोस्ट ऑफ द बुक्स च इनू एक्सैप्टेड मन्निया जाता है। अलाई दरवाज़ा इज़ दी फर्स्ट एग्जाम्पल ऑफ ट्रू आर्च इन इंडिया। अगे जी
ਅਲਾਉਦੀਨ ਖਲਜੀ ਹੋਰ ਕੀ ਕੰਸਟਰਕਟ ਕਰਵਾਉਂਦਾ ਹੈ? ਇੱਕ ਇਹ ਦਿੱਲੀ 'ਚ ਜੇ ਤੁਸੀਂ ਗਏ ਹੋ ਹੌਜ਼ ਖਾਸ ਵਾਲਾ ਏਰੀਆ ਹੈ, ਹੌਜ਼ ਸ਼ਮਸੀ ਇਲਤਮਿਸ਼ ਕੰਸਟਰਕਟ ਕਰਵਾਉਂਦਾ ਹੈ, ਹੌਜ਼ ਖਾਸ ਅਲਾਉਦੀਨ ਖਲਜੀ ਕੰਸਟਰਕਟ ਕਰਵਾਉਂਦਾ ਹੈ। ਵੀ ਇੱਕ ਰੈਜ਼ਰਵਾਇਰ ਹੌਜ਼ reservoir ਨੂੰ ਕਹਿੰਦੇ ਆ। ਹੌਜ਼ ਖਾਸ ਵਾਸ ਦੀ reservoir constructed by ਅਲਾਉਦੀਨ ਖਲਜੀ। ਫਿਰ ਅਲਾਉਦੀਨ ਖਲਜੀ ਇੱਕ ਆਪਣੀ ਨਿਊ ਕੈਪੀਟਲ ਕ੍ਰੀਏਟ ਕਰਦਾ ਹੈ ਸੀਰੀ। ਸੀਰੀ ਵਾਸ ਦੀ ਨਿਊ ਕੈਪੀਟਲ ਕ੍ਰੀਏਟਡ ਬਾਏ ਅਲਾਉਦੀਨ ਖਲਜੀ। ਜਦੋਂ ਮੰਗੋਲ ਅਟੈਕਸ ਵਗੈਰਾ ਹੋ ਗਏ ਸੀ, ਆਪਣੀ ਕੈਪੀਟਲ ਨੂੰ ਡਿਫੈਂਡ ਕਰਨ ਲਈ, ਸਟਰੋਂਗ ਬਣਾਉਣ ਲਈ ਉਹ ਨਿਊ ਕੈਪੀਟਲ ਹੀ ਕ੍ਰੀਏਟ ਕਰ ਲੈਂਦਾ ਹੈ ਜਸਟ ਔਨ ਦੀ ਆਊਟਸਕਰਟਸ ਆਫ ਦਿੱਲੀ, ਸੀਰੀ। ਫਿਰ ਇਹ ਮਤਲਬ ਆਪਣੀ ਕੈਪੀਟਲ 'ਚ ਹੀ ਇੱਕ ਪੈਲੇਸ ਬਣਾਉਂਦਾ ਹੈ, ਮਹਿਲ ਹਜ਼ਾਰ ਸਾਤੂਨ। ਮਹਿਲ ਹਜ਼ਾਰ ਸਾਤੂਨ 1000 ਪਿਲਰਡ ਮਹਿਲ ਪੈਲੇਸ, 1000 ਪਿਲਰਡ ਪੈਲੇਸ ਕੰਸਟਰਕਟ ਕਰਵਾਉਂਦਾ ਹੈ ਅਲਾਉਦੀਨ ਖਲਜੀ ਆਪਣੀ ਕੈਪੀਟਲ ਸੀਰੀ 'ਚ। ਤੇ ਇਹ ਕੁਛ ਬਿਲਡਿੰਗਸ ਹੈ ਜਿਹੜੀਆਂ ਅਲਾਉਦੀਨ ਖਲਜੀ ਦੀਆਂ ਇੰਪੋਰਟੈਂਟ ਹੈ। ਫਿਰ ਨੈਕਸਟ ਆਉਂਦੇ ਆ ਤੁਗਲਕਸ। ਤੁਗਲਕਸ ਦਾ ਇਨ ਜਨਰਲ ਤੁਸੀਂ ਪੁਆਇੰਟ ਯਾਦ ਰੱਖਣਾ ਹੈ, ਤੁਗਲਕਸ ਤੋਂ ਪਹਿਲਾਂ ਰੈੱਡ ਸੈਂਡਸਟੋਨ ਪ੍ਰਾਈਮਰੀਲੀ ਐਜ਼ ਅ ਬਿਲਡਿੰਗ ਮਟੀਰੀਅਲ ਇਸਤੇਮਾਲ ਹੁੰਦਾ ਸੀਗਾ। ਇਹਨਾਂ ਨੇ ਗ੍ਰੇ ਸੈਂਡਸਟੋਨ ਦਾ ਜ਼ਿਆਦਾ ਇਸਤੇਮਾਲ ਕੀਤਾ ਹੈ, ਗ੍ਰੇ ਸੈਂਡਸਟੋਨ ਦਾ ਜ਼ਿਆਦਾ ਇਸਤੇਮਾਲ ਕੀਤਾ ਹੈ। ਫਿਰ ਤੁਗਲਕਸ ਦੇ ਟਾਈਮ ਤੇ ਇੱਕ ਹੋਰ ਚੀਜ਼ ਪ੍ਰੋਮੀਨੈਂਸ ਆਈ ਹੈ, use of better। ਐਕਚੁਅਲੀ ਦਾ ਮਤਲਬ ਬਟੇਰ ਆ, ਬਟ ਲਾਈਕ ਬੈਟਰ ਹੀ ਕਹਿਣਾ ਆਪਾਂ ਸਟਾਰਟ ਕਰਤਾ ਹੈ। ਇਹ ਕਹਿੰਦੇ ਆ ਸਲੋਪਿੰਗ ਵਾਲਸ ਨੂੰ, ਬਹੁਤ ਹੈਵੀ ਬਲਕੀ ਇਨਕਲਾਈਨਡ ਵਾਲਸ ਕ੍ਰੀਏਟ ਕੀਤੀਆਂ ਜਾਂਦੀਆਂ ਸੀ, ਬਹੁਤ ਬਲਕੀ ਵਾਲਸ ਕ੍ਰੀਏਟ ਕੀਤੀਆਂ ਜਾਂਦੀਆਂ ਸੀ ਤਾਂ ਕਿ ਮਤਲਬ ਫੋਰਟ੍ਰੈਸਿਸ ਦਾ ਡਿਫੈਂਸ ਪ੍ਰੋਪਰਲੀ ਕੀਤਾ ਜਾ ਸਕੇ। ਇਨਕਲਾਈਨਡ ਵਾਲਸ ਨੂੰ ਆਪਾਂ ਬੈਟਰ ਕਹਿੰਦੇ ਆ। ਇਹ ਟੈਕਨੀਕ ਵੀ ਤੁਗਲਕਸ ਨੇ ਸਟਾਰਟ ਕੀਤੀ। ਹੁਣ ਇਹਨਾਂ ਦੀ ਆਪਾਂ ਬਿਲਡਿੰਗਸ ਜਾਂ ਲਾਈਕ ਸਿਟੀਜ਼ ਵਗੈਰਾ ਤੇ ਆਈਏ। ਗਿਆਸੁਦੀਨ ਤੁਗਲਕ ਫਰਸਟ ਜਿਹੜੇ ਤੁਗਲਕ ਰੂਲਰ ਸੀਗੇ, ਇਹਨਾਂ ਨੇ ਤੁਗਲਕਾਬਾਦ ਬਣਾਇਆ, ਨਿਊ ਕੈਪੀਟਲ ਕ੍ਰੀਏਟ ਕੀਤੀ ਹੈ ਤੁਗਲਕਾਬਾਦ। ਇਹ ਤਾਂ ਹਜੇ ਵੀ ਹੈਗਾ ਦਿੱਲੀ ਦਾ ਵਨ ਆਫ ਦੀ ਲਾਈਕ ਸਮਾਲ ਟਾਊਨਸ ਇਨ ਦਿੱਲੀ, ਤੁਗਲਕਾਬਾਦ। ਇਹ ਗਿਆਸੁਦੀਨ ਤੁਗਲਕ ਨੇ ਇਹਦੀ ਫਾਊਂਡੇਸ਼ਨ ਰੱਖੀ ਸੀਗੀ। ਫਿਰ ਮੁਹੰਮਦ ਬਿਨ ਤੁਗਲਕ ਨੇ ਇੱਕ ਹੋਰ ਕੈਪੀਟਲ ਸਿਟੀ ਬਣਾਈ ਹੈ, ਜਹਾਂਪਨਾ। ਜਹਾਂਪਨਾ ਇਹ ਮਤਲਬ ਇਹ ਐਸਚ ਕੋਈ ਨਿਊ ਸਿਟੀ ਨਹੀਂ ਸੀਗੀ। ਜਿੰਨੇ ਵੀ ਦਿੱਲੀ 'ਚ ਉਹ ਦੇਖ ਰਿਹਾ ਕਿ ਯਾਰ ਇੱਕ ਪੁਰਾਣਾ ਦਿੱਲੀ ਸੀਗਾ ਜਿੱਥੇ ਕਦੇ ਪ੍ਰਿਥਵੀ ਰਾਜ ਚੌਹਾਨ ਹਰੀ ਰਹਿੰਦੇ ਸੀਗੇ। ਫਿਰ ਜੀ ਤੁਗਲਕਸ ਅਲਾਉਦੀਨ ਖਲਜੀ ਨੇ ਆ ਕੇ ਸੀਰੀ ਬਣਾਤਾ। ਫਿਰ ਆਪਣੇ ਅੱਬਾ ਹਜ਼ੂਰ ਨੇ ਤੁਗਲਕਾਬਾਦ ਬਣਾਤਾ। ਬਹੁਤ ਸਾਰੇ ਦਿੱਲੀਜ਼ ਬਣ ਗਏ ਆ। ਮੈਂ ਕੰਮ ਕਰਦਾ ਆ ਸਾਰੇ ਦਿੱਲੀਜ਼ ਦੇ ਬਾਹਰ ਇੱਕ ਬਾਉਂਡਰੀ ਵਾਲ ਕ੍ਰੀਏਟ ਕਰ ਦਿੰਦਾ, ਇੱਕ ਫੋਰਟਰੈਸ ਵਾਲ ਕ੍ਰੀਏਟ ਕਰ ਦਿੰਦਾ। ਤਾਂ ਐਜ਼ ਅ ਰਿਜ਼ਲਟ ਆਫ ਦੈਟ ਜਿਹੜਾ ਵੱਡਾ ਹੁਣ ਦਿੱਲੀ ਬਣ ਗਿਆ ਉਹਦਾ ਨਾਮ ਇਹਨੇ ਰੱਖਤਾ ਜਹਾਂਪਨਾ। ਤਾਂ ਗਿਆਸੁਦੀਨ ਤੁਗਲਕ ਨੇ ਤੁਗਲਕਾਬਾਦ ਬਣਾਇਆ, ਮੁਹੰਮਦ ਬਿਨ ਤੁਗਲਕ ਨੇ ਜਹਾਂਪਨਾ ਬਣਾਇਆ। ਅੱਗੇ ਆਉਂਦੇ ਆ। ਬਾਕੀ ਆ ਦੋ ਜਨਰਲ ਫੀਚਰਸ ਤੁਸੀਂ ਤੁਗਲਕਸ ਤੇ ਯਾਦ ਰੱਖਣੇ ਆ। ਸੈਯਦਸ ਦੀ ਕੋਈ ਢੰਗ ਦੀ ਬਿਲਡਿੰਗ ਨਹੀਂ ਹੈਗੀ, ਇਗਨੋਰ ਕੀਤਾ ਜਾਵੇ। ਲੋਧੀਸ ਨੇ ਦੁਬਾਰਾ ਕੁਝ ਕੰਸਟਰਕਸ਼ਨ ਐਕਟੀਵਿਟੀਜ਼ ਰਿਜ਼ਿਊਮ ਕੀਤੀਆਂ, ਪਰਟੀਕੂਲਰਲੀ ਸਿਕੰਦਰ ਲੋਧੀ ਦੇ ਟਾਈਮ ਤੇ ਮੈਂ ਅਦਰਵਾਈਜ਼ ਵੀ ਦੱਸਿਆ ਸੀਗਾ ਸਲਤਨਤ ਦਾ ਥੋੜਾ ਜਿਹਾ ਰਿਵਾਈਵਲ ਹੋਇਆ ਸੀਗਾ। ਆਪਾਂ ਹੁਣੇ ਦੇਖਿਆ ਕਿ ਉਹਨਾਂ ਨੇ ਲੈਂਡ ਮੈਜਰਮੈਂਟ ਵਗੈਰਾ ਵੀ ਕਰਵਾਈ, ਗਜ਼ੇ ਸਿਕੰਦਰੀ ਇੰਟਰੋਡਿਊਸ ਕੀਤਾ। ਇੱਥੇ ਬਿਲਡਿੰਗ 'ਚ ਸਿਕੰਦਰ ਲੋਧੀ ਨੇ ਹੀ ਲੇਡ ਦੀ ਫਾਊਂਡੇਸ਼ਨ ਆਫ ਸਿਟੀ ਆਫ ਆਗਰਾ ਦੀ ਫਾਊਂਡੇਸ਼ਨ ਸਿਕੰਦਰ ਲੋਧੀ ਨੇ ਇੰਟਰੋਡਿਊਸ ਕੀਤੀ ਹੈ। ਫਿਰ ਲੋਧੀਜ਼ ਇੰਟਰੋਡਿਊਸ ਦੀ ਕੰਸੈਪਟ ਆਫ ਡਬਲ ਡੋਮਸ, ਡਬਲ ਗੁੰਬਦ। ਤੁਸੀਂ ਤਾਜ ਮਹਿਲ ਦੇਖਿਆ ਹੋਣਾ, ਮਤਲਬ ਫੋਟੋ ਤਾਂ ਐਟਲੀਸਟ ਦੇਖੀ ਹੀ ਹੋਣੀ ਹੈ। ਉਹ ਕੁਛ ਇਸ ਤਰ੍ਹਾਂ ਜੇ ਹੈ, ਬਲਬਸ ਡੋਮ, ਬਹੁਤ ਵੱਡਾ ਜਿਹਾ ਮਤਲਬ ਡੋਮ ਹੈ। ਇਹ ਐਕਚੁਅਲੀ ਡਬਲ ਡੋਮ ਹੁੰਦਾ ਹੈ। ਇਹਦੇ ਅੰਦਰ ਇੱਕ ਨਾਰਮਲ ਡੋਮ ਹੈ, ਇਹਦੇ ਉੱਪਰ ਇੱਕ ਡੈਕੋਰੇਟਿਵ ਐਲੀਮੈਂਟ ਦੇ ਤੌਰ ਤੇ ਇੱਕ ਬੁਲਬਸ ਵੱਡਾ ਜਿਹਾ ਲਾਈਕ ਡੋਮ ਕ੍ਰੀਏਟ। ਹੁਣ ਮੇਰੀ ਡਰਾਇੰਗ ਨੂੰ ਤੁਸੀਂ ਐਕਸਕਿਊਜ਼ ਕਰਨਾ ਹੈ।
ਸੋ ਡਬਲ ਡੋਮਸ ਦਾ ਜਿਹੜਾ ਹੈ ਮਤਲਬ 2 ਡੋਮਸ ਹੋਣਗੇ ਨੀਚੇ, ਮਤਲਬ ਫॉर ਬੈਟਰ ਇਹ ਸਟਰਕਚਰਲ ਸਟੇਬਿਲਿਟੀ ਵੀ ਪ੍ਰੋਵਾਈਡ ਕਰਦਾ ਹੈ। ਇਹ ਕਨਸੈਪਟ ਲੋਧੀਸ ਨੇ ਸਟਾਰਟ ਕੀਤਾ। ਤਾਂ ਡਬਲ ਡੋਮਸ ਇੱਥੋਂ ਆਇਆ। ਫਿਰ ਲੋਧੀ ਗਾਰਡਨਸ ਵਗੈਰਾ ਦਿੱਲੀ 'ਚ ਹੈ ਲੋਧੀ ਗਾਰਡਨਸ, ਇਹ ਗਾਰਡਨ ਲੇਇੰਗ ਦੇ ਸ਼ੌਕੀਨ ਸੀਗੇ, ਤਾਂ ਇਹ ਵੀ ਇਹਨਾਂ ਨੇ ਥੋੜ੍ਹਾ ਜਿਹਾ ਕੰਮ ਕੀਤਾ। ਸੋ this was all as far as architecture of Delhi Sultanate was concerned। ਹੁਣ ਆਪਾਂ ਕੁਝ ਬੁੱਕਸ ਡਿਸਕਸ ਕਰਦੇ ਹਾਂ, ਉਹੀ ਸਟਾਰਟਿੰਗ ਤੋਂ ਸਟਾਰਟ ਹੋਵਾਂਗੇ, ਲੋਧੀਸ ਤੱਕ ਮੂਵ ਕਰਾਂਗੇ। ਠੀਕ ਹੈ ਬਈ, ਇਸ 'ਚ ਆਰਕੀਟੈਕਚਰ 'ਚ ਆਈ ਹੋਪ ਹੁਣ ਤੁਹਾਨੂੰ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਲਿਟਰੇਚਰ, ਸਭ ਤੋਂ ਪਹਿਲਾਂ ਮਤਲਬ ਆਪਾਂ ਮੈਡੀਵਲ ਹਿਸਟਰੀ ਪੜ੍ਹਨੀ ਸਟਾਰਟ ਕੀਤੀ, ਕ੍ਰੋਨੋਲੋਜੀਕਲੀ ਆਪਾਂ ਕੀਤਾ ਪਹਿਲਾਂ ਕਮਿੰਗ ਆਫ ਮੁਸਲਿਮਸ, ਜਿਸ 'ਚ ਆਪਾਂ ਅਰਬ ਕੰਕੁਐਸਟ ਆਫ ਸਿੰਧ ਕੀਤੀ। ਇਸ ਪੀਰੀਅਡ 'ਚ ਅਰਬ ਕੰਕੁਐਸਟ ਆਫ ਸਿੰਧ ਵਾਲੇ ਪੀਰੀਅਡ 'ਚ ਇੱਕ ਔਥਰ ਹੁੰਦੇ ਆ ਜ਼ਿਆ ਨਕਸ਼ਬੀ। ਇਹ ਲਿਖਦੇ ਆ ਟੂਟੀਨਾਮਾ। ਟੂਟੀਨਾਮਾ ਇਹ ਬੇਸਿਕਲੀ ਇਟ ਵਾਜ਼ ਅ ਟਰਾਂਸਲੇਸ਼ਨ ਆਫ ਸੰਸਕ੍ਰਿਤ ਸਟੋਰੀਜ਼, ਕਿ ਕੁਛ ਜਿਹੜੀਆਂ ਆਪਣੀਆਂ ਕਾਮਨ ਫੋਕਲੋਰ 'ਚ ਸਟੋਰੀਜ਼ ਪੋਪੂਲਰ ਸੀਗੀਆਂ ਸੰਸਕ੍ਰਿਤ ਲੈਂਗੁਏਜ 'ਚ, ਹਿੰਦੀ ਲੈਂਗੁਏਜ 'ਚ, ਉਹਨਾਂ ਸਟੋਰੀਜ਼ ਦੀ ਟਰਾਂਸਲੇਸ਼ਨ ਸੀ ਟੂਟੀਨਾਮਾ। ਕਿਹਨੇ ਕੀਤੀ ਹੈ? ਜ਼ਿਆ ਨਕਸ਼ਬੀ ਨੇ। ਠੀਕ ਹੈ, ਇਹ ਅਰਬ ਕੰਕੁਐਸਟ ਆਫ ਸਿੰਧ ਵਾਲੇ ਟਾਈਮ ਦੀ ਗੱਲ ਹੈ। ਨੈਕਸਟ ਹੁਣ ਆਪਾਂ ਆਉਂਦੇ ਹਾਂ ਗਜ਼ਨੀ ਵਾਲੇ ਟਾਈਮ 'ਤੇ। ਗਜ਼ਨੀ ਦੇ ਟਾਈਮ 'ਤੇ ਇੱਕ ਔਥਰ ਆਇਆ ਸੀਗਾ ਇੰਡੀਆ 'ਚ ਗਜ਼ਨੀ ਦੇ ਨਾਲ ਹੀ, ਮਤਲਬ ਅਦਰਵਾਈਜ਼ ਤਾਂ ਗਜ਼ਨੀ ਦਾ ਸਲੇਵ ਸੀਗਾ, ਬਟ ਇਵੈਂਚੁਅਲੀ ਹੀ ਵੌਨ ਦੀ ਫੇਵਰ ਆਫ ਗਜ਼ਨੀ, ਤੇ ਇਨਵੇਜਨਸ ਦੇ ਨਾਲ ਹੀ ਆਇਆ ਸੀਗਾ ਅਲ ਬੈਰੂਨੀ। ਇਹਦੀ ਬਈ ਬਹੁਤ ਇੰਪੋਰਟੈਂਟ ਬੁੱਕ ਹੈ ਤਹਿਕੀਕ-ਏ ਹਿੰਦ। ਤਹਿਕੀਕ-ਏ-ਹਿੰਦ, ਇਹਨੂੰ ਕਿਤਾਬੇ ਹਿੰਦ ਵੀ ਕਹਿੰਦੇ ਆ, ਇਹਨੂੰ ਤਾਰੀਖੇ ਹਿੰਦ ਵੀ ਕਹਿੰਦੇ ਆ। ਵਨ ਆਫ ਦੀ ਮੋਸਟ ਇੰਪੋਰਟੈਂਟ ਬੁੱਕਸ ਦੈਟ ਗਿਵਸ ਅਸ ਇਨਫੋਰਮੇਸ਼ਨ ਅਬਾਊਟ ਦਿਸ ਪੀਰੀਅਡ। ਐਂਡ ਮਤਲਬ ਇਹ ਬੁੱਕ ਯੂਨੀਕ ਵੀ ਹੈ। ਯੂਜੂਅਲੀ ਉਸ ਤੋਂ ਬਾਅਦ ਜਿੰਨੀਆਂ ਵੀ ਆਪਾਂ ਇਸਲਾਮਿਕ ਬੁੱਕਸ ਵਗੈਰਾ ਪੜ੍ਹਾਂਗੇ ਉਹ ਨਾ ਮਤਲਬ ਬਹੁਤ ਜ਼ਿਆਦਾ ਬਾਇਸਡ ਬੁੱਕਸ ਹੈ, ਮਤਲਬ ਸੁਲਤਾਨ ਨੂੰ ਖੁਸ਼ ਕਰਨ ਲਈ ਸਭ ਬਹੁਤ ਜ਼ਿਆਦਾ ਲਾਈਕ ਓਵਰ ਤਾਰੀਫ ਕਰਤੀ, ਇਸ ਤਰ੍ਹਾਂ ਮਤਲਬ ਬਾਇਸਡ ਨੇਚਰ ਦੀਆਂ ਬੁੱਕਸ ਹੈ। ਬਟ ਇਹ ਬੁੱਕਸ ਮਤਲਬ ਐਸ ਸੱਚ ਨਾ ਇਹ ਕਿਸੇ ਦੀ ਤਾਰੀਫ 'ਚ ਲਿਖੀ ਗਈ ਹੈ, ਨਾ ਇਸਲਾਮ ਨੂੰ ਬਹੁਤ ਉੱਚਾ ਵਿਖਾਉਣ ਦੇ ਪੁਆਇੰਟ ਆਫ ਵਿਊ ਤੋਂ ਲਿਖੀ ਗਈ ਹੈ। ਪ੍ਰੋਪਰਲੀ ਇਹ ਕਿ ਇੰਡੀਆ ਆਇਆ ਬੰਦਾ, ਉਹਨੇ ਇੰਡੀਆ ਦੇ ਲੋਕਾਂ ਨਾਲ ਇੰਟਰੈਕਸ਼ਨਸ ਕੀਤੀਆਂ, ਐਂਡ ਜੋ ਉਹਦੀਆਂ ਆਬਜ਼ਰਵੇਸ਼ਨ ਸੀ, ਉਹਨੇ ਚੰਗੀਆਂ ਗੱਲਾਂ ਵੀ ਲਿਖੀਆਂ ਇੰਡੀਆ ਬਾਰੇ, ਮਾੜੀਆਂ ਗੱਲਾਂ ਵੀ ਲਿਖੀਆਂ। ਯਾਨੀ ਕਿ ਲਾਈਕ ਦੂਜੇ ਪਾਸੇ ਬਾਇਸਡ ਹੋ ਗਈ, ਮਾੜੀਆਂ ਗੱਲਾਂ ਵੀ ਲਿਖੀਆਂ ਇੰਡੀਆ ਬਾਰੇ, ਚੰਗੀਆਂ ਗੱਲਾਂ ਵੀ ਲਿਖੀਆਂ, ਬਟ ਲਾਈਕ ਪ੍ਰੋਪਰ ਉਹਦੀਆਂ ਆਬਜ਼ਰਵੇਸ਼ਨ 'ਤੇ ਬੇਸਡ ਜੋ ਉਹਨੂੰ ਲੱਗਿਆ ਉਹਨੇ ਉਹ ਨੋਟ ਕੀਤਾ। ਜੋ ਉਹਨੂੰ ਚੰਗਾ ਲੱਗਿਆ ਉਹਨੇ ਤਾਰੀਫ ਵੀ ਕੀਤੀ ਹੈ, ਜੋ ਉਹਨੂੰ ਮਾੜਾ ਲੱਗਿਆ ਉਹਨੇ ਕ੍ਰਿਟੀਸਾਈਜ਼ ਵੀ ਕੀਤਾ। ਤਹਿਕੀਕ-ਏ ਹਿੰਦ ਅਲ ਬਰੂਨੀ ਦੀ ਬੁੱਕ ਹੈ। ਗਜ਼ਨੀ ਦੇ ਟਾਈਮ 'ਤੇ ਇਹ ਇੰਡੀਆ ਆਇਆ ਸੀਗਾ। ਫਿਰ ਗਜ਼ਨੀ ਦੀ ਹੀ ਕੋਰਟ 'ਚ ਇੱਕ ਹੋਰ ਔਥਰ ਸੀਗਾ ਫਿਰਦੌਸ। ਇਹ ਲਿਖਦਾ ਹੈ ਸ਼ਾਹਨਾਮਾ। ਫਿਰਦੌਸ ਰੋਟ ਸ਼ਾਹਨਾਮਾ। ਤਾਂ ਇਹ ਇਸਲਾਮਿਕ ਥਿਊਰੀ ਆਫ ਕਿੰਗਸ਼ਿਪ ਵਾਲੀਆਂ ਗੱਲਾਂ ਇਹਨਾਂ ਇਸ 'ਚ ਕੀਤੀਆਂ ਹੋਈਆਂ। ਤਾਂ ਇਹ 2 ਬੁੱਕਸ ਤੁਸੀਂ ਧਿਆਨ 'ਚ ਰੱਖਣੀਆਂ। ਨੈਕਸਟ ਹੁਣ ਅੱਗੇ ਆਪਾਂ ਚੱਲਦੇ ਹਾਂ, ਘੋਰੀ ਦਾ ਟਾਈਮ ਆ ਗਿਆ। ਇਸ ਟਾਈਮ 'ਤੇ ਆਪਾਂ ਲਾਈਕ ਘੋਰੀ ਦੀ ਲੜਾਈ ਹੁੰਦੀ ਹੈ ਪ੍ਰਿਥਵੀ ਰਾਜ ਚੌਹਾਨ ਨਾਲ। ਤਾਂ ਪ੍ਰਿਥਵੀ ਰਾਜ ਚੌਹਾਨ ਦੇ ਕੋਰਟ ਪੋਇਟ ਹੁੰਦੇ ਹੈ ਚਾਂਦ ਬਾਦਾਈ। He was the court poet of ਪ੍ਰਿਥਵੀਰਾਜ ਚੌਹਾਨ, and ਇਹ book ਲਿਖਦੇ ਆ ਪ੍ਰਿਥਵੀਰਾਜ ਰਾਸੋ। ਪ੍ਰਿਥਵੀਰਾਜ ਰਾਸੋ। ਇਸ ਬੁੱਕ ਦੇ ਤਹਿਤ ਤਾਂ ਪ੍ਰਿਥਵੀਰਾਜ ਚੌਹਾਨ ਐਂਡ 'ਚ ਮਤਲਬ ਉਹਨਾਂ ਨੂੰ ਬੰਦੀ ਬਣਾ ਕੇ ਗੌਰੀ ਅੱਗੇ ਪੇਸ਼ ਕੀਤਾ ਜਾਂਦਾ ਹੈ, ਐਂਡ ਉਹ ਗੌਰੀ ਨੂੰ ਮਾਰ ਹੀ ਦਿੰਦੇ ਆ। ਮਤਲਬ ਉਹਨਾਂ ਦੀਆਂ ਅੱਖਾਂ ਬੰਨੀਆਂ ਹੁੰਦੀਆਂ, ਬਟ ਚਾਂਦ ਬਾਦਾਈ ਇੱਦਾਂ ਦੀ ਇੱਕ ਕੰਪੋਜੀਸ਼ਨ ਕਰਦਾ ਹੈ, ਮਤਲਬ ਉਹ ਦੱਸਦਾ ਵੀ ਇਹ 4 ਫੁੱਟ ਅੱਗੇ 6 ਫੁੱਟ ਇੱਧਰ ਨੂੰ ਸੁਲਤਾਨ ਹੈ, ਹੁਣ ਤੂੰ ਬਸ ਕਮਾਲ ਦਿਖਾ ਦੇ ਤੇ ਮਾਰ ਦੇ ਉਹਨੂੰ, ਤੇ ਉਹ ਮਾਰ ਵੀ ਦਿੰਦਾ। ਇਹ ਅਕੋਰਡਿੰਗ ਟੂ ਦਿਸ ਬੁੱਕ ਤਾਂ ਇੱਦਾਂ ਹੋਇਆ ਸੀਗਾ ਪ੍ਰਿਥਵੀਰਾਜ ਰਾਸੋ ਚਾਂਦ ਬਾਦਾਈ। ਹੋਰ ਕੋਈ ਬੁੱਕ ਇੱਦਾਂ ਦਾ ਰੈਫਰੈਂਸ ਨਹੀਂ ਦਿੰਦੀ ਹੈ। ਫਿਰ ਮਤਲਬ ਥੋੜ੍ਹਾ ਜਿਹਾ ਆਫ ਟਰੈਕ
बट इससे टाइम की एक बहुत इंपॉर्टेंट बुक है, बुक इंपॉर्टेंट है, याद रखनी है हिस्टरी पॉइंट ऑफ व्यू तो, मतलब पोलिटिकल हिस्टरी इंपॉर्टेंट नहीं की। कश्मीर की हिस्टरी से बुक लिखी जाती है राज तरंगिनी, राज तरंगिनी। ऑदर है ये कलहन, कलहन रोट राज तरंगिनी विच इज़ अ हिस्ट्री ऑफ कश्मीर। ਜਦੋਂ अंग्रेज इंडिया आए वो लाइक इंडिया ਦੀਆਂ बुक्स वगैरह स्टडी करना स्टार्ट करते हैं, पुराने पास्ट बारे लाइक स्टडी करना स्टार्ट करते हैं, अपनी रिलीजियस बुक्स पढ़ते हैं, मडीवल इंडिया 'ਚ लिखिया गई हिस्टरीज वगैरह पढ़ते हैं जिन्हों के हजे आप नाम करांगे। उन्होंने लगता है यार इंडियंस हैव नो सेंस ऑफ हिस्टरी, मतलब वन ऑफ द थिंग्स ਜਿਹੜੇ ਸਾਰੇ ही ब्रिटिश स्कॉलर्स ने कही है कि इंडियंस हैव नो सेंस ऑफ हिस्टरी। ਇਹਨਾਂ ਨੇ ਕੋਈ ਹਿਸਟਰੀ ਨਹੀਂ ਆਪਦੀ ਲਿਖੀ, ਇਹਨਾਂ ਨੇ ਕੋਈ ਇਹਨਾਂ ਦੀ ਬੁੱਕ ਹੀ ਨਹੀਂ ਹੈਗੀ ਜਿਹੜੀ ਪ੍ਰੋਪਰਲੀ ਹਿਸਟੋਰੀਕਲ ਇਵੈਂਟਸ ਨੂੰ ਰਿਕਾਰਡ ਕਰਦੀ ਹੋਵੇ। ਤਾਂ ਉਹ ਇਸ ਕਨਕਲੂਜਨ ਤੋਂ ਪਹੁੰਚੇ ਇੰਡੀਅਨਸ ਨੂੰ ਹਿਸਟਰੀ ਨਹੀਂ ਲਿਖਣੀ ਆਉਂਦੀ। ਬਟ ਵਨ ਐਕਸੈਪਸ਼ਨ, ਇਹ ਬ੍ਰਿਟਿਸ਼ ਸਕਾਲਰਸ ਨੇ ਉਦੋਂ ਵੀ ਇਹ ਗੱਲ ਮੰਨੀ ਸੀ, ਇਸ ਬੁੱਕ ਨੂੰ ਛੱਡ ਕੇ ਬਾਕੀ ਸਾਰੀਆਂ ਬੁੱਕਸ 'ਚ ਤੁਸੀਂ ਗਪੌੜ ਲਿਖਿਆ ਹੋਇਆ, ਇੱਦਾਂ ਉਹਨਾਂ ਨੂੰ ਲੱਗਦਾ ਸੀਗਾ। ਇਹਦਾ ਲਾਈਕ ਬਾਅਦ ਚੋਂ ਇੰਡੀਅਨ ਹਿਸਟੋਰੀਅਨਸ ਨੇ ਡਿਫਰੈਂਟ ਤਰੀਕੇ ਨਾਲ ਉਹਨਾਂ ਹੀ ਕਿਤਾਬਾਂ ਨੂੰ ਪੜ੍ਹਿਆ ਐਂਡ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਵਿੱਚੋਂ ਹਿਸਟਰੀ ਕੱਢੀ। ਬਟ ਬ੍ਰਿਟਿਸ਼ ਸਕਾਲਰਸ ਦੇ ਹਿਸਾਬ ਨਾਲ ਦਿਸ ਬੁੱਕ ਵਾਸ ਸਟਿਲ ਐਨ ਐਕਸੈਪਸ਼ਨ। ਕਹਿੰਦੇ ਆਹ ਇੱਕ ਕਿਤਾਬ ਹੈ ਜਿਹੜੀ ਪ੍ਰੋਪਰ ਹਿਸਟਰੀ ਦੇ ਤੌਰ 'ਤੇ ਲਿਖੀ ਗਈ ਹਿਸਟਰੀ ਹੈ, ਹਿਸਟਰੀ ਵਾਂਗੂ ਲਿਖੀ ਗਈ ਹਿਸਟਰੀ ਹੈ ਵੀ ਆਹ ਰਾਜੇ ਨੇ ਆਹ ਕੀਤਾ, ਆਹ ਰਾਜੇ ਨੇ ਆਹ ਕੀਤਾ ਐਂਡ ਆਪਾਂ ਫੈਕਟਸ ਨੂੰ ਵੈਰੀਫਾਈ ਵੀ ਕਰ ਸਕਦੇ ਹਾਂ ਵੀ ਹਾਂ ਇੱਦਾਂ ਸ਼ਾਇਦ ਹੋਇਆ ਹੋਊਗਾ। ਬਾਕੀ 'ਚ ਤਾਂ ਕਹਿੰਦੇ ਲਾਈਕ ਬਹੁਤ ਬਾਇਸਡ ਨੇਚਰ ਨਾਲ ਤੁਸੀਂ ਬੁੱਕਸ ਲਿਖ ਰਹੇ ਆ ਅਤੇ ਮਤਲਬ ਆਪਾਂ ਕਹਿ ਨਹੀਂ ਸਕਦੇ ਕਿ ਉਹ ਪ੍ਰੋਪਰ ਈਵੈਂਟਸ ਸੀਗੇ ਵੀ ਜਾਂ ਨਹੀਂ ਸੀਗੇ। ਸੋ ਕਲਹਨ ਦੀ ਰਾਜ ਤਰੰਗਿਨੀ वेरी इंपॉर्टेंट किताब। आगे चलते हैं फिर कुछ इंपॉर्टेंट हिस्ट्रीज, दो हिस्टोरियंस मेडिवल अपने दिल्ली सल्तनत वाले पीरियड दे इंपॉर्टेंट है, एक मिनहाज उल सिराज ते दूजा बरानी। मिनहाज उल सिराज ते दूसरा सी बरानी। बरानी का तो मैं इन्नी बारी नाम ले लिया होया। मिनहाज उल सिराज की बुक सीगी तबाकत ए नासिरी। बरानी की बुक सीगी, दो इहदियां बुक्स इंपॉर्टेंट है, तारीखे फिरोज शाही एंड दूसरी बुक है जिसका मैं पहला भी नाम लेता सी फतवा ए जहानदारी। अर्ली पार्ट ऑफ दिल्ली सल्तनत बारे जे आपां जानकारी लैनी है, राइट फ्रॉम द इन्वेजन्स ऑफ महमूद ऑफ मुहम्मद गौरी टिल द पीरियड ऑफ बलबन। अर्ली पार्ट ऑफ सल्तनत लई ये बुक इज़ द मोस्ट इंपॉर्टेंट सोर्स ऑफ हिस्टरी। गौरी तो लैके बलबन तक के ईवेंट्स ਨੂੰ बहुत डिटेल च एक्सप्लेन किया होया है। वो जी रजिया बारे थोड़ियां जिहियां नैगेटिव गल्लां कहीआं गईआं सीगीआं कि रजिया ऊँ तो बहुत लाइक चंगी है, इनू एडमिनिस्ट्रेशन भी करनी आती है, लाइक ये लीडरशिप क्वालिटीज़ भी हैगियां, ये आर्चरी भी बहुत अच्छी कर लैंदी है। बट ऑफ वट यूज़ आर ऑल दीज क्वालिटीज़ वैन शी वॉज बॉर्न एज अ वुमन। ये जड़ियाँ थोड़िया जिहियां एंटी फैमिनिस्ट गल्लां कीतियां, मिसोजिनिस्ट गल्लां कीतियां, ये मिनहाज उल सिराज ने कीतियां अपनी किताब तबाकत ए नासिरी च। तारीखे फिरोज शाही यह जिहड़ी लेटर पार्ट ऑफ द दिल्ली सल्तनत है, अलाउद्दीन खलजी बारे सारियां गल्लां हो गईयां, अगे होर सारा उस टाइम तो लैके बलबन के टाइम तो लैके स्लेव डायनेस्टी तो लैके तुगलक डायनेस्टी तक की हिस्ट्री, फिरोज शाह तुगलक तक की हिस्ट्री ये बरानी ने अपनी बुक तारीखे फिरोज शाही च लिखी है। तारीख हिस्ट्री नूं ही बोलते हैं बच्चे, तारीख लाइक हिस्ट्री नूं ही तारीख कहते हैं। तारीख गवाह है, दुनिया की कोई भी जंग भाग के नहीं जीती गई है, तो वह तारीख हिस्ट्री नूं कहते हैं। फिर आ फतवा ए जहानदारी बारे आप पहला गल की। एक होर मतलब ये तो हो गई दो प्रॉपर हिस्ट्रीज। एक होर ऑथर बहुत इंपॉर्टेंट है इस टाइम दे, अमीर खुसरो। छाप तलिक जिन छीन रे वो वाला जड़ा जिन्होंने कवाली लिखी है, मुझसे नैना मिलाई के।
He has the distinction of being the court poet of 7 different sultans. Court poet of 7 different sultans, right from Balban ਦੇ ਟਾਈਮ ਤੋਂ ਸਟਾਰਟ ਕਰਦੇ ਹੋਏ ਗਿਆਸੁਦੀਨ ਤੁਗਲਕ ਤੱਕ ਇਹ ਲਗਾਤਾਰ ਕੋਰਟ ਪੋਇਟ ਰਹਿੰਦੇ ਆ। ਐਂਡ ਅਮੀਰ ਖੁਸਰੋ ਨੂੰ ਤੂਤੇ ਹਿੰਦ ਵੀ ਕਿਹਾ ਜਾਂਦਾ ਹੈ। ਤੂਤ ਏ ਹਿੰਦ, ਤੂਤ ਕਹਿੰਦੇ ਆ ਪੈਰਟ ਨੂੰ, ਉਹ ਆਪਾਂ ਤੂਤੀਨਾਮਾ ਕੀਤਾ ਸੀਗਾ ਪੈਰਟ ਦੀਆਂ ਸਟੋਰੀਜ਼, ਤੂਤ ਪੈਰਟ ਨੂੰ ਕਹਿੰਦੇ ਆ, ਪੈਰਟ ਆਫ ਇੰਡੀਆ। ਇਹਨਾਂ ਨੇ ਨਿਊ ਸਟਾਈਲ ਆਫ ਪੋਇਟਰੀ ਇੰਟਰੋਡਿਊਸ ਕੀਤਾ ਜਿਹਨੂੰ ਕਹਿੰਦੇ ਆ ਸਬਕ ਏ ਹਿੰਦ, ਇੰਡੀਅਨ ਸਟਾਈਲ, ਸਬਕ ਏ ਹਿੰਦ। ਫਿਰ ਇਹਨਾਂ ਨੇ ਕਵਾਲੀ ਐਜ਼ ਅ ਫਾਰਮ ਆਫ ਉਹ ਪਪੂਲਰ ਕੀਤਾ। ਫਿਰ ਇਹਨਾਂ ਨੇ ਤਬਲਾ ਤੇ ਸਿਤਾਰ, ਤਬਲਾ ਇਨਵੈਂਟ ਕੀਤਾ, ਸਿਤਾਰ ਇਨਵੈਂਟ ਕੀਤਾ। ਸਿਤਾਰ ਮਤਲਬ ਸਿਮਲਰ ਆਪਣੇ ਪਹਿਲਾਂ ਵੀਨਾ ਹੁੰਦਾ ਸੀ ਜਿਹੜੇ ਲక్ష్ਮੀ ਜੀ ਵਜਾਉਂਦੇ ਆ, ਉਹਦੇ ਤੋਂ ਹੀ ਲਾਈਕ ਡਰਾਈਵਡ ਹੈ ਸਿਤਾਰ। ਤਾਂ ਤਬਲਾ ਐਂਡ ਸਿਤਾਰ ਇਹ ਇਨਵੈਂਟ ਕਰਦੇ ਆ। ਤਾਂ ਇਹ ਸਾਰੀਆਂ ਇਹਨਾਂ ਦੀਆਂ ਅਕੰਪਲਿਸ਼ਮੈਂਟਸ ਹੈ। ਫਿਰ ਇਹਨਾਂ ਦੀਆਂ ਇੰਪੋਰਟੈਂਟ ਬੁੱਕਸ ਵਗੈਰਾ, ਸ਼ਾਬਾਸ਼, ਇੰਪੋਰਟੈਂਟ ਇਹਨਾਂ ਨੇ ਬੁੱਕਸ ਜਾਂ ਕੰਪੋਜੀਸ਼ਨਸ। ਲੈਲਾ ਮਜਨੂ, ਲੈਲਾ ਮੈਂ ਲੈਲਾ ਵਾਲਾ ਜਿਹੜਾ ਗਾਣਾ ਹੈ ਉਹ ਅਮੀਰ ਖੁਸਰੋ ਨੇ ਕੰਪੋਜ਼ ਕੀਤਾ ਸੀਗਾ। ਮਜ਼ਾ ਆ ਗਿਆ ਬਈ। ਇਹ ਲੈਲਾ ਮਜਨੂ ਦਾ ਕਿੱਸਾ ਅਮੀਰ ਖੁਸਰੋ ਨੇ ਲਿਖਿਆ ਹੈ। ਫਿਰ ਇਹਨਾਂ ਦੀ ਬੁੱਕ ਹੈ ਖਜ਼ਾਏ ਉਲ ਫਤੂਨ, ਖਜ਼ਾਏ ਉਲ ਫਤੂਨ। ਇਹ ਅਲਾਉਦੀਨ ਖਲਜੀ ਦੀਆਂ ਕੰਕੁਐਸਟ ਤੇ ਹੈ। This book was written on the conquest of Alauddin Khalji. पद्मावत से तुसी देख लिया होना, अमीर खुसरो जी हमारी तरफ से चिट्ठी लिखो। So this was the book on conquest of Alauddin Khalji and interestingly इस book चो कोई रेफरेंस नहीं लेंदे। पद्मावत स्टोरी दा रेफरेंस इस बुक च नहीं हैगा। हुण अमीर खुसरो वर्गा आशिक मिजाज बंदा होवे, लैला मजनू जी ने किस्सा लिखा होवे, जिहदी एक होर बुक भी है देवल खिजर रानी, मतलब खिजर खान वन ऑफ द सन्स ऑफ अलाउद्दीन खलजी हुंदा। इनका अफेयर चल रहा हुंदा गुजरात की रानी दे नाल। तो इस अफेयर ते बाकायदा बंदा किताब लिखदा पूरी दी पूरी, लैला मजनू का पूरा किस्सा लिखदा है। तुहानूं लगदा भी एडी इंटरस्टिंग कहानी हुई होगी अलाउद्दीन खलजी नाल, तो उस कहानी ते कुछ लिखूगा ही नहीं, बट इन्हें उस कहानी बारे कोई रेफरेंस नहीं दिता है। लैला मजनू एक इंपॉर्टेंट बुक है। नू सिपर, नू है NUH, नू सिपर, ठीक है। फिर हिश्त बिहिश्त एक इंपॉर्टेंट यदि बुक है। हश्त बिहश्त भी कहते हैं, हिश्त बिहिश्त भी कहते हैं। तो ये सम ऑफ द फेमस बुक्स रिटन बाय अमीर खुसरो। तो ये जी लिटरेचर है लिखी गई सी दिल्ली सल्तनत के टाइम ते। दो हिस्टोरीयनस इंपॉर्टेंट है उपर जोड़े आप किए, मिनहाजुल सिराज बरानी, फिर अमीर खुसरो। अगे भी हजे लेकिन कहानी ख़त्म नहीं हुई है, पिक्चर अभी बाकी है मेरे दोस्त। मुहम्मद बिन तुगलक दे टाइम ते एक मोरक्कन ट्रैवलर इंडिया आंदे है, इबन बतूता, बगल में जूता। इबन बतूता मोरक्को तो चलते हैं, तो पहले तो आ भी लाइक फैक्ट इंपॉर्टेंट है। पेपर से कितों आया सीगा, मोरक्को तो आया सीगा। किहदी कोर्ट च आया सीगा? मुहम्मद बिन तुगलक दी कोर्ट च आया सीगा। मुहम्मद बिन तुगलक 8 साल लई इबन बतूता नूं दिल्ली दा काजी भी अपॉइंट करते हैं। इबन बतूता अपने ट्रैवल्स ते एक ट्रैवल लॉग लिखता है जिन्हों कहते हैं किताबे रिहाला या फिर सफरनामा या ट्रैवल लॉग। मतलब बेसिकली सफरनामा इज द पर्शियन फॉर ट्रैवल लॉग, ट्रैवल अकाउंट्स। रिहाला इज द अरेबिक फॉर ट्रैवल अकाउंट्स। अरेबिक च लिखी गई बुक सीगी किताबे रिहाला ऑन द ट्रैवल्स ऑफ ऑफ इबन बतूता। तो मुहम्मद बिन तुगलक दे टाइम बारे आपां नूं काफ़ी जानकारी मिलती है इबन इस बुक तो रिहाला तो। फिर अपने सिकंदर लोधी, ये भी थोड़े जे आशिक मिजाज सीगे, पोइट्री करन दा शौकीन सीगा ते मतलब ऐसा बुक वगैरह तो कोई खास नहीं हैगी, बट आ फैक्ट तुसीं याद रखना है। ये अपने नाम नाल पोइट्री नहीं कंपोज करते सीगे। हिज पेन नेम वाज गुलरुखी।
ਗੁਲਰੁਖੀ ਨਾਮ ਅਜ਼ਿਊਮ ਕਰਕੇ ਇਹਨਾਂ ਨੇ ਪੋਇਟਰੀ ਵਗੈਰਾ ਕੀਤੀ ਹੈ। ਠੀਕ ਹੈ ਜੀ। ਸੋ ਇਹ ਸਾਰੀ ਆਪਣੀ ਲਿਟਰੇਚਰ ਹੈ ਜਿਹੜੀ ਕਿ ਦਿੱਲੀ ਸਲਤਨਤ ਦੇ ਟਾਈਮ ਤੇ ਕੰਪੋਜ਼ ਕੀਤੀ ਗਈ ਹੈ। ਠੀਕ ਹੈ ਜੀ। ਤਾਂ ਹੁਣ ਮੇਰੇ ਹਿਸਾਬ ਨਾਲ ਆਰਟ ਐਂਡ ਆਰਕੀਟੈਕਚਰ 'ਚ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਜਿੰਨੇ ਵੀ ਆਪਾਂ ਬੁੱਕਸ ਵਗੈਰਾ ਕੀਤੀਆਂ ਜਾਂ ਬਿਲਡਿੰਗਸ ਵਗੈਰਾ ਕੀਤੀਆਂ ਸਾਰੀਆਂ ਵੈਰੀ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਇਹਨਾਂ ਨੂੰ ਰਿਵਾਈਜ਼ ਕਰਨਾ ਹੈ ਐਂਡ ਲਾਈਕ ਦਿਲ 'ਚ ਬਿਠਾਣਾ ਹੈ। ਕੁਐਸਚਨ ਆਉਂਦਾ ਤਾਂ ਠਾ ਕਰਕੇ ਆਪਾਂ ਟਿਕ ਕਰਨਾ ਹੈ। ਫ੍ਰੀ ਦੇ ਨੰਬਰ ਹੈ ਇਹ। ਸੋ ਦੈਟਸ ਆਲ ਐਜ਼ ਫਾਰ ਐਜ਼ ਦਿਸ ਕਲਾਸ ਵਾਸ ਕੰਸਰਨਡ। ਥੈਂਕ ਯੂ ਫਰੋਮ ਮਾਈ ਸਾਈਡ।